ਜਿਹੜਾ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਕਾਲ ਯੁੱਗ ਚੱਲ ਰਿਹਾ ਜੀ। ਹਸਬੈਂਡ ਨੂੰ ਵਾਈਫ ਦੇ ਕੋਲ ਬੈਠਣ ਦਾ ਸਮਾਂ ਨਹੀਂ ਹੈ, ਹਾਂ ਬਿਲਕੁਲ। ਬੱਚੇ ਨੂੰ ਪੇਰੈਂਟਸ ਨਾਲ ਬੈਠਣ ਦਾ ਸਮਾਂ ਨਹੀਂ ਹੈ। ਅਗਰ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ, ਸ਼ਾਇਦ 40-50 ਸਾਲ ਪਿੱਛੇ ਚਲੇ ਜਾਈਏ, ਤਾਂ ਆਮ ਤੌਰ 'ਤੇ ਲੋਕੀ ਇਕੱਠੇ ਬੈਠਦੇ ਸੀਗੇ। ਜਦੋਂ ਤੋਂ ਇਹ ਟੀਵੀ ਵਗੈਰਾ ਸਾਡੇ ਘਰ ਦੇ ਵਿੱਚ ਆਉਣੇ ਸ਼ੁਰੂ ਹੋਏ, ਤਾਂ ਇਹਨਾਂ ਨੇ ਇਕੱਠੇ ਬੈਠ ਕੇ ਇੱਕ ਜਿਹੜਾ ਚਲਨ ਸੀਗਾ, ਜਿਹੜਾ ਸਾਡੇ ਸਮਾਜਿਕ ਤੌਰ ਦੇ ਉੱਤੇ ਸਾਡੇ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਨੂੰ ਵਿਰਸੇ ਦੇ ਅੰਦਰ ਗਿਣਿਆ ਜਾਂਦਾ ਸੀਗਾ, ਇਸ ਚੀਜ਼ ਨੇ ਖਤਮ ਕਰ ਦਿੱਤਾ। ਅੱਜ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਕਲੇਸ਼, ਚਾਹੇ ਉਹ ਆਪਾਂ ਪੁਲਿਸ ਥਾਣੇ ਵਿੱਚ ਚਲੇ ਜਾਈਏ, ਚਾਹੇ ਆਪਾਂ ਕੋਰਟ ਕਚਹਿਰੀ ਵਿੱਚ ਚਲੇ ਜਾਈਏ, ਜ਼ਿਆਦਾ ਕਲੇਸ਼ ਬਾਹਰ ਵਾਲੇ ਲੋਕਾਂ ਨਾਲ ਨਹੀਂ ਹੈ, ਪਰਿਵਾਰਕ ਤੌਰ 'ਤੇ ਜ਼ਿਆਦਾ ਕਲੇਸ਼ ਹੈ। ਜਦੋਂ ਪਰਿਵਾਰ 'ਚ ਛੋਟੇ ਬੱਚਿਆਂ ਨੂੰ ਮਿਲਦੇ ਹੋ ਤਾਂ ਬੱਚੇ ਕਹਿੰਦੇ ਆ ਮੈਂ ਮਤਲਬ ਐਗਜ਼ਾਮਪਲਸ ਦਿੰਦੇ ਆ, ਮੈਂ ਸਲਮਾਨ ਖਾਨ बनना ਚਾਹੂੰਗਾ, मैं इस वर्गा बनना चाहूँगा, मैं उस वर्गा बनना चाहूँगा जी। यकीन मनना शायद मैं बहुत घट होया होगा, मैं गिन के दस सकता हूँ 1-2 बार दे विच जिस बच्चे ने, जिस बेटी ने कदे बोलिया हो मैं अपने पापा वर्गा बनना चाहूँ, मैं अपनी मम्मी वर्गी बनना चाहूँ। अगर बच्चा ये गल बोलता कि मैं वड्डा होकर अपनी माँ वर्गी बनना चाहूँ, मैं अपने प्यो वर्गा बनना चाहूँ, जिंदगी इत्थे सफल है। सत श्री अकाल जी, तुसीं देख रहे हो प्लस टीवी ते मैं हाँ गुरदेव धालीवाल लैके हाज़र हो गया जी एक होर नवा एपीसोड, एक होर नवी शख्सियत नाल। अज असीं गलबात करांगे सरदार अमरजीत सिंह कपूर होना नाल। कपूर साहब बारे दस देवां कि कपूर साहब कुछ समा पहलां गवर्नमेंट जॉब करते सन, फिर इन्होंने गवर्नमेंट जॉब छड्ड के बिजनेस के खेत्र में चले गए। बिजनेस के नाल नाल जिहड़ा इन्होंने सब तो वड्डा समाजिक काम किया वो ये कि ये मोटिवेशनल स्पीकर के तौर पर पिछले लंबे समय तो काम कर रहे हैं। सो हज़ारां की गिणती दे विच लोग ਜਿਹੜੇ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਸਨ, ਅੱਕ ਚੁੱਕੇ ਸਨ, ਥੱਕ ਚੁੱਕੇ ਸਨ, ਉਹਨਾਂ ਨੂੰ ਨਵੀਂ ਸੇਧ ਦੇਣ ਦਾ ਕੰਮ ਇਹਨਾਂ ਨੇ ਕੀਤਾ। ਸੋ ਅੱਜ ਇਹਨਾਂ ਨਾਲ ਖੁੱਲੀਆਂ ਗੱਲਾਂ ਬਾਤਾਂ ਹੋਣਗੀਆਂ। ਪਹਿਲਾਂ ਸਰ ਦਾ ਸਵਾਗਤ ਕਰ ਲਈ, ਫਿਰ ਕਰਦੇ ਹਾਂ ਗੱਲਬਾਤ। ਸਰ ਸਾਡੇ ਸ਼ੋਅ ਵਿੱਚ ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ। ਜਿਵੇਂ ਮੈਂ ਇੰਟਰੋਡਕਸ਼ਨ 'ਚ ਕਹਿ ਰਿਹਾ ਸੀ ਵੀ ਜ਼ਿੰਦਗੀ 'ਚ ਨੀਰਸਤਾ ਬੜੀ ਆ, ਹੈ ਨਾ ਜੀ। ਨਿਰਾਸ਼ ਹੋ ਗਏ ਲੋਕ, ਪਤਾ ਨਹੀਂ ਕਿਉਂ। ਕੀ ਲੱਗਦਾ ਉਹਦੇ ਨਾਲ ਹੀ ਪਹਿਲਾਂ ਤਾਂ ਇਹੀ ਸਵਾਲ ਕਰ ਲੈਂਦੇ ਵੀ ਕਿਉਂ ਨਿਰਾਸ਼ ਕਿਉਂ ਨੇ ਲੋਕ? ਇਹ ਨਿਰਾਸ਼ਤਾ ਜਿਹੜੀ ਹੈ ਉਹ इंसान ने आप सिरजी हुई है जी। इंसान को पॉजिटिव और नैगेटिव सोचने की दोनों की ताकत है। हुण इंसान की अपनी सोच है, वो नैगेटिव चीज़ों को ज़्यादा अडॉप्ट करता है या पॉजिटिव चीज़ों को देखता है जी। उसका आला दुआला समाज बहुत सारी ऐसियां सोशल मीडिया या न्यूज़पेपर हर एक चीज़ों के पॉजिटिव चीज़ भी है और नैगेटिव चीज़ भी है जी। अगर हुण आपां गल कर रहे हैं, हुण इस गल दे विचों हर परसन अपने मतलब की चीज़ ले लैंदा जी। ਤਾਂ ਹਰ ਪਰਸਨ ਇਹ ਸੋਚ ਸਕਦਾ ਇਸ ਗੱਲ ਨੂੰ ਉਹ ਸਹੀ ਤਰੀਕੇ ਨਾਲ ਵੀ ਲੈ ਸਕਦਾ ਔਰ ਇਸ ਗੱਲ ਨੂੰ ਉਹ ਉਲਟ ਤਰੀਕੇ ਨਾਲ ਵੀ ਲੈ ਸਕਦਾ ਹੈ। ਇਹ ਸਿਰਫ ਉਸਦੀ ਆਪਣੀ ਸੋਚਣੀ ਹੈ ਕਿ ਉਹ ਇਸ ਗੱਲ ਨੂੰ ਕਿਸ ਤਰੀਕੇ ਨਾਲ ਲੈਂਦਾ ਹੈ। ਨਹੀਂ, ਮੇਰਾ ਸਵਾਲ ਤੋਂ, ਮੇਰਾ ਕਹਿਣ ਤੋਂ ਭਾਵ ਇਹ ਸੀ, ਸਵਾਲ ਮੈਂ ਇਸ ਲਈ ਕਰ ਰਿਹਾ ਸੀ ਵੀ ਅੱਜ ਮੋਟੀਵੇਸ਼ਨਲ ਸਪੀਕਰ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਅੱਜ ਤੋਂ 20-30 ਸਾਲ ਪਹਿਲਾਂ ਇਦਾਂ ਦਾ ਕੋਈ ਨਹੀਂ ਵਰਡ ਹੋਏਗਾ ਮੋਟੀਵੇਸ਼ਨ ਸਪੀਕਰ, ਹੈ ਨਾ? ਅੱਜ ਇੰਡੀਆ ਵਿੱਚ ਨਹੀਂ ਸੀਗਾ ਜੀ। ਅੱਛਾ ਜੀ, ਇੰਡੀਆ 'ਚ ਨਹੀਂ ਸੀ, ਇੰਡੀਆ ਵਿੱਚ ਨਹੀਂ ਸੀਗਾ। ਤੇ ਜੇ ਅੱਜ ਹੈ ਜਾਂ ਅੱਜ ਲੋੜ ਪੈ ਰਹੀ ਹੈ, ਕਿਉਂ ਲੋੜ ਪੈ ਰਹੀ? ਮਤਲਬ ਮੇਰਾ ਕਹਿਣਾ ਦਾ ਭਾਵੇਂ ਕਿਹੜੇ ਮੂਲ ਪੁਆਇੰਟ ਤੋਂ ਲੋਕ ਭਟਕ ਗਏ ਨੇ? ਗੁਰਦੇਵ ਜੀ, ਤੁਸੀਂ ਜਿਹੜਾ ਸਵਾਲ ਪੁੱਛਿਆ ਬੜਾ ਅੱਛਾ ਸਵਾਲ ਹੈ ਕਿ ਅੱਜ ਇੰਡੀਆ ਦੇ ਵਿੱਚ ਇਸ ਚੀਜ਼ ਦੀ ਲੋੜ ਕਿਉਂ ਪੈ ਰਹੀ ਹੈ, ਅੱਜ ਪੇਰੈਂਟਸ ਨੂੰ ਖਾਸ ਕਰਕੇ ਇਸ ਚੀਜ਼ ਦੀ ਲੋੜ ਕਿਉਂ ਪੈ ਰਹੀ ਹੈ ਜੀ। ਜੇ ਪੇਰੈਂਟਸ ਇਸ ਚੀਜ਼ ਨੂੰ ਲੈ ਕੇ ਐਜੂਕੇਟ ਹੋਣਗੇ ਤਾਂ ਉਹ ਬੱਚਿਆਂ ਨੂੰ ਕਾਉਂਸਲਿੰਗ ਕਰਵਾ ਪਾਉਣਗੇ। ਹੁਣ ਆਪਾਂ ਗੱਲ ਕਰਦੇ ਹਾਂ, ਪੇਰੈਂਟਸ ਤੋਂ ਸ਼ੁਰੂ ਕਰਦੇ ਹਾਂ। ਜੀ ਜੀ ਬਿਲਕੁਲ। ਅਗਰ ਇੱਕ ਬੱਚਾ ਆਪਣੇ ਘਰ ਦੇ ਵਿੱਚ ਕਿਸੇ ਚੀਜ਼ ਦੀ ਜਿੱਦ ਕਰਕੇ ਬੈਠ ਗਿਆ, ਆਪਾਂ ਉਹ ਕਿਸੇ ਚੀਜ਼ ਦੀ ਵੀ ਕਹਿ ਸਕਦੇ ਹਾਂ, ਕਿਸੇ ਸਬਜੈਕਟਸ ਦੀ ਵੀ ਕਹਿ ਸਕਦੇ ਹਾਂ, ਕਿਸੇ ਕਲਾਸ ਦੇ ਵਿੱਚ ਲਿੱਤੇ ਹੋਏ ਜਿਵੇਂ ਆਰਟਸ ਮੰਨ ਲਈਏ, ਕੋਈ ਮੈਡੀਕਲ ਬੈਕਗਰਾਉਂਡ ਮੰਨ ਲਈਏ, ਤਾਂ ਉਸ ਦੇ ਵਿੱਚ ਬੱਚੇ ਦਾ ਜਿਹੜਾ ਅੱਛਾ ਫਿਊਚਰ ਹੈ ਉਹ ਪੇਰੈਂਟਸ ਕਿਤੇ ਦੇਖ ਪਾਉਂਦੇ ਹੈ। ਪੇਰੈਂਟਸ ਕਿਤੇ ਉੱਚੀ ਜਗ੍ਹਾ ਦੇ ਉੱਤੇ ਖੜੇ ਆ, ਉਹ ਨੀਚੇ ਦੇਖ ਪਾਉਂਦੇ ਹੈ ਕਿ ਕਿਹੜੀ ਚੀਜ਼ ਅੱਜ ਦੇ ਸਮੇਂ ਬੈਟਰ ਚੱਲ ਰਹੀ ਹੈ, ਪਰ ਉਹ ਬੱਚਾ ਨਹੀਂ ਦੇਖ ਪਾਉਂਦਾ। ਬੱਚਾ ਕਿਉਂ ਨਹੀਂ ਦੇਖ ਪਾ ਰਿਹਾ? ਕਿਉਂਕਿ ਉਹ ਆਪਣੇ ਪੇਰੈਂਟਸ ਨੂੰ ਅਦਰਵਾਈਜ਼ ਲੈ ਜਾਂਦਾ ਹੈ, ਜਾਂ ਉਸ ਦੇ ਨਾਲ ਜਿਹੜੀ ਸੋਸ਼ਲ, ਉਸਦੀ ਜਿਹੜੀ ਸੁਸਾਇਟੀ ਹੈ, ਉਸ ਦੇ ਨਾਲ ਜੁੜੇ ਹੋਏ ਜਿਹੜੇ ਬੱਚੇ ਹੈਗੇ ਆ, ਉਹ ਉਸ ਲਾਈਨ ਨੂੰ ਅਡੋਪਟ ਨਹੀਂ ਕਰ ਰਹੇ। ਇਸ ਕਰਕੇ ਉਹ ਵੀ ਉਹੀ ਚਾਹੁੰਦਾ ਕਿ ਜੋ ਬਾਕੀ ਕਰ ਰਹੇ ਮੈਂ ਵੀ ਉਹੀ ਕਰਾਂ। ਹੁਣ ਪੇਰੈਂਟਸ ਚਾਹੁੰਦੇ ਆ ਸਾਡਾ ਬੱਚਾ ਕੁਝ ਅਲੱਗ ਕਰੇ, ਕੁਝ ਅਲੱਗ ਬਣੇ, ਪਰ ਬੱਚਾ ਚਾਹੁੰਦਾ ਹੈ ਕਿ ਜੋ ਮੇਰੇ ਨਾਲ ਦੇ ਕਰ ਰਿਹਾ ਮੈਂ ਉਹ ਕਰਾਂ। ਉਸ ਜਗ੍ਹਾ ਦੇ ਉੱਤੇ ਇੱਕ ਟ੍ਰੇਨਿੰਗ ਦੀ ਲੋੜ ਪੈਂਦੀ ਹੈ, ਇੱਕ ਮੋਟੀਵੇਸ਼ਨ ਦੀ ਲੋੜ ਪੈਂਦੀ ਹੈ ਕਿ ਉਹ ਜਿਸ ਨੂੰ ਆਪਾਂ ਥਰਡ ਪਾਰਟੀ ਅਪਰੋਚ ਬੋਲਦੇ ਹਾਂ ਜੀ। ਅਗਰ ਅੱਜ ਮੇਰਾ ਬੱਚਾ ਮੇਰੇ ਤੋਂ ਕੋਈ ਚੀਜ਼ ਸਿੱਖ ਨਹੀਂ ਪਾ ਰਿਹਾ, ਮੇਰੇ ਤੋਂ ਕੋਈ समझ नहीं पा रहा, मैं अपने ब्रदर, अपने सिस्टर या अपने कोई अच्छे उस पर्सन की सहायता लूँगा जिसमें आप मोटिवेशन बोलते हैं कि ये मेरी गल नहीं मान रहा। अगर तुम इसको विस्तार के दसोगे तो शायद ये ज़्यादा बैटर गल करेगा। हुण मैं तुहानूं एक छोटी जी अपनी एक स्टोरी सुनाना जी। मेरी पर्सनल स्टोरी है जी।
ਮੇਰਾ ਬੇਟਾ ਪਟਿਆਲੇ ਦੇ ਵਿੱਚ ਬੁੱਢਾ ਦਲ ਸਕੂਲ ਦੇ ਵਿੱਚ ਪੜ੍ਹਦਾ ਸੀਗਾ। ਇਹ ਗੱਲ ਕੁਝ 7-8 ਸਾਲ ਪੁਰਾਣੀ ਗੱਲ ਹੈਗੀ ਹੈ ਜੀ। ਸ਼ਾਇਦ ਹੋ ਸਕਦਾ 1-2 ਸਾਲ ਜ਼ਿਆਦਾ ਜਾਂ ਉੱਪਰ ਥੱਲੇ ਹੋਵੇ ਜੀ। ਮੇਰਾ ਜਿਹੜਾ ਕੰਮ ਸੀਗਾ, ਮੈਂ ਪਹਿਲਾਂ ਗਵਰਨਮੈਂਟ ਸੈਕਟਰ ਦੇ ਵਿੱਚ ਸੀਗਾ, ਉਸ ਤੋਂ ਬਾਅਦ ਮੈਂ ਜਦੋਂ ਮੋਟੀਵੇਸ਼ਨਸ ਦੇ ਵਿੱਚ ਆਇਆ ਤਾਂ ਮੇਰੇ ਅਲੱਗ-ਅਲੱਗ ਟੂਰ ਹੁੰਦੇ ਸੀ, ਅਲੱਗ-ਅਲੱਗ ਜਗ੍ਹਾ 'ਤੇ ਮੈਨੂੰ ਜਾਣਾ ਪੈਂਦਾ ਸੀਗਾ। ਬੇਟਾ ਬੁੱਢਾ ਦਲ ਸਕੂਲ ਦੇ ਵਿੱਚ ਪੜ੍ਹਦਾ ਸੀ, ਉਹਦਾ ਰਿਪੋਰਟਿੰਗ ਕਾਰਡ ਜਦੋਂ ਆਇਆ ਤਾਂ ਬਹੁਤ ਮਾੜਾ ਰਿਜ਼ਲਟ ਆਇਆ ਉਸਦਾ। ਈਵਨ ਕਿ ਬੜਾ ਪਹਿਲਾਂ ਅੱਛਾ ਚੱਲਦਾ ਸੀਗਾ, ਜਦੋਂ ਮੇਰੀ ਸੁਪਰਵਿਜ਼ਨ ਦੇ ਵਿੱਚ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਉਹਦਾ ਰਿਜ਼ਲਟ ਡਾਊਨ ਹੋਣਾ ਸ਼ੁਰੂ ਹੋ ਗਿਆ ਜੀ। ਮੇਰੇ ਵਾਈਫ ਬਾਰ-ਬਾਰ ਬੋਲਦੇ ਹੁੰਦੇ ਸੀ ਕਿ ਤੁਸੀਂ ਇਹਦੀ ਪੇਰੈਂਟਸ ਮੀਟਿੰਗ ਅਟੈਂਡ ਕਰੋ ਜੀ, ਹੈ ਨਾ। ਪੇਰੈਂਟਸ ਮੀਟਿੰਗ ਅਟੈਂਡ ਕਰਨ ਦਾ ਮਤਲਬ ਹੈ ਜਾ ਕੇ ਦੇਖੋ ਕਿੰਨੀ ਬੇਇੱਜ਼ਤੀ ਹੁੰਦੀ ਹੈ ਕਿ ਬੱਚਾ ਟੌਪ ਤੋਂ ਹੁਣ ਬਿਲਕੁਲ ਨੀਚੇ ਆ ਚੁੱਕਿਆ। ਚਲੋ ਇਸ ਸਬੱਬੇ ਇੱਕ ਦਿਨ ਮੈਨੂੰ ਚਾਂਸ ਮਿਲਿਆ, ਮੈਂ ਪੇਰੈਂਟਸ ਮੀਟਿੰਗ 'ਤੇ ਗਿਆ। ਪੇਰੈਂਟਸ ਮੀਟਿੰਗ 'ਤੇ ਜਾਣ ਨਾਲ ਮੈਨੂੰ ਬੜਾ ਅਹਿਸਾਸ ਹੋਇਆ, ਟੀਚਰ ਬੋਲ ਰਹੇ ਸੀ ਔਰ ਮੈਂ ਹੱਸ ਰਿਹਾ ਸੀਗਾ। ਸ਼ਾਇਦ ਉਹ ਮੇਰੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਹਾਡਾ ਬੇਟਾ ਇੱਥੇ ਇਸ ਪੋਜੀਸ਼ਨ ਦੇ ਉੱਤੇ ਪਹੁੰਚ ਗਿਆ। ਬੇਇੱਜ਼ਤੀ ਨਹੀਂ ਕਹਿ ਸਕਦੇ ਆਪਾਂ, ਮਤਲਬ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਕਿ ਤੁਹਾਡਾ ਬੱਚਾ ਇਹ ਕਰ ਸਕਦਾ ਪਰ ਇਹ ਕਰ ਨਹੀਂ ਰਿਹਾ ਹੈਗਾ। ਮੈਨੂੰ ਅੰਦਰੋਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਸੀਗੀ। ਉਹ ਮੈਂ ਤੁਹਾਨੂੰ ਬਾਅਦ ਵਿੱਚੋਂ ਦੱਸੂੰਗਾ ਕਿ ਮੈਨੂੰ ਖੁਸ਼ੀ ਕਿਉਂ ਮਹਿਸੂਸ ਹੋ ਰਹੀ ਸੀਗੀ। ਅਸੀਂ ਉੱਥੋਂ ਨਿਕਲੇ, ਪੇਰੈਂਟਸ ਮੀਟਿੰਗ ਖਤਮ ਹੋਈ ਬੁੱਢਾ ਦਲ ਸਕੂਲ ਦੇ ਵਿੱਚ। ਮੈਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਬੇਟੇ ਨੂੰ ਇੱਥੇ ਪਟਿਆਲੇ ਰਜਿੰਦਰਾ ਹਸਪੀਟਲ ਕ੍ਰੋਸ ਕਰਦੇ ਹਾਂ, ਐਵੀਏਸ਼ਨ ਕਲੱਬ ਹੈ। ਮੇਰੇ ਬੇਟੇ ਦਾ ਇੱਕ ਡ੍ਰੀਮ ਸੀਗਾ ਕਿ ਮੈਂ ਪਾਇਲਟ ਬਣਨਾ ਹੈ ਜੀ। ਮੈਂ ਕਦੇ ਉਸ ਨੂੰ ਲੈ ਕੇ ਨਹੀਂ ਸੀਗਾ। ਐਵੀਏਸ਼ਨ ਕਲੱਬ ਅਸੀਂ ਗਏ, ਉੱਥੇ ਗਲਾਈਡਰ ਹੁੰਦੇ ਆ ਜਿਹੜੇ ਯੈਲੋ ਜਹਾਜ਼ ਉੱਪਰ ਜਾਂਦੇ ਹਨ, ਉਸ ਨੂੰ ਆਦਰ ਔਰ ਪੁਸ਼ਪਕ ਪਲੇਨ ਬੋਲਦੇ ਆ। ਉਹਨਾਂ ਪਲੇਨ ਦੇ ਵਿੱਚ ਆਪਾਂ ਸਵਾਰੀ ਕਰ ਸਕਦੇ ਹਾਂ, ਆਪਾਂ ਪੇ ਕਰਕੇ ਉੱਥੇ ਸਵਾਰੀ ਕਰ ਸਕਦੇ ਹਾਂ ਜੀ। ਅਸੀਂ ਉੱਥੇ ਐਵੀਏਸ਼ਨ ਕਲੱਬ ਗਏ, ਅਸੀਂ ਪੇਮੈਂਟ ਦਿੱਤੀ, ਮੈਂ ਔਰ ਮੇਰੇ ਬੇਟੇ ਦੀ। ਅਸੀਂ ਉਹ ਗਲਾਈਡ ਕੀਤਾ, 10-12 ਮਿੰਟ 15 ਮਿੰਟ ਦੀ ਗਲਾਈਡ ਹੁੰਦੀ ਹੈ, ਅਸੀਂ ਗਲਾਈਡ ਕੀਤਾ। ਗਲਾਈਡ ਕਰਨ ਤੋਂ ਬਾਅਦ ਅਸੀਂ ਵਾਪਸ ਆਏ ਰਜਿੰਦਰਾ ਹਸਪੀਟਲ, ਮੈਂ ਗੱਡੀ ਖੜਾਈ। ਉਹ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਜੂਨ ਜਾਂ ਜੁਲਾਈ ਮਹੀਨੇ ਦੀ ਗੱਲ ਹੈ, ਯਾਨੀ ਕਿ ਟੈਂਪਰੇਚਰ 40 ਤੋਂ 45 ਡਿਗਰੀ ਟੈਂਪਰੇਚਰ ਗਰਮੀ ਦਾ ਹੁੰਦਾ ਸੀਗਾ ਉਸ ਸਮੇਂ। ਰਜਿੰਦਰਾ ਹਸਪੀਟਲ ਅਸੀਂ ਆਪਣੀ ਗੱਡੀ ਖੜਾਈ, ਮੈਂ ਆਪਣੇ ਬੇਟੇ ਨੂੰ ਉੱਥੋਂ ਰਿਕਸ਼ਾ ਵਾਲੇ ਇੱਕ ਪਰਸਨ ਸੀਗੇ, ਸ਼ਾਇਦ ਉਹਨਾਂ ਦੀ ਏਜ 50+ ਦੇ ਕਰੀਬ ਸੀਗੀ। ਅਸੀਂ ਉਹਨਾਂ ਦੀ ਰਿਕਸ਼ਾ ਲਿੱਤੀ, ਰਿਕਸ਼ਾ 'ਚ ਬੈਠ ਕੇ ਅਸੀਂ ਬੱਸ ਸਟੈਂਡ ਤੱਕ ਗਏ। ਬੱਸ ਸਟੈਂਡ ਤੋਂ ਉਸੇ ਰਿਕਸ਼ਾ 'ਚ ਅਸੀਂ ਵਾਪਸ ਆਏ। ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਪੈਸੇ ਪੁੱਛੇ, ਉਹਨਾਂ ਨੇ 50 ਰੁਪਏ ਮੰਗੇ। ਈਵਨ ਕਿ ਐਵੀਏਸ਼ਨ ਕਲੱਬ ਦੇ ਵਿੱਚ ਸਾਡਾ 3000 ਤੋਂ ਉੱਪਰ ਦਾ ਖਰਚਾ ਆਇਆ ਸੀਗਾ ਜੀ। ਅਸੀਂ ਉਹ 50 ਰੁਪਏ ਦਿੱਤੇ। ਉੱਥੇ ਖੜ ਕੇ ਮੈਂ ਬੇਟੇ ਨੂੰ ਪੁੱਛਿਆ, ਮੈਂ ਕਿਹਾ ਬੇਟੇ ਕੀ ਬਣਨਾ ਚਾਹੁੰਦਾ ਹੈ? ਅੱਛਾ ਜੀ, ਹੈ ਨਾ। ਵੀ ਨਾ ਇਹ ਰਿਕਸ਼ਾ ਵਾਲੇ ਅੰਕਲ ਹੈ ਜਿਹੜੇ, ਇਹ ਪੜ੍ਹਦੇ ਨਹੀਂ ਸੀਗੇ, ਤਾਂ ਇਹਨਾਂ ਦੇ ਪਾਪਾ ਨੇ ਇਹਨਾਂ ਨੂੰ ਰਿਕਸ਼ਾ ਗਿਫਟ ਕੀਤੀ। ਜਿੱਥੇ ਆਪਾਂ ਜਹਾਜ਼ ਵਿੱਚ ਘੁੰਮ ਕੇ ਆਏ, ਐਰੋਪਲੇਨ 'ਚ ਆਪਾਂ ਘੁੰਮ ਕੇ ਆਏ, ਉਹ ਅੰਕਲ ਪੜ੍ਹਦੇ ਸੀਗੇ, ਉਹਨਾਂ ਦੇ ਪਾਪਾ ਨੇ ਉਹਨਾਂ ਨੂੰ ਪਲੇਨ ਗਿਫਟ ਕੀਤਾ। ਉੱਥੇ ਆਪਾਂ 12 ਮਿੰਟ ਦੀ ਰਾਈਡ ਲਿੱਤੀ, 15 ਮਿੰਟ ਦੀ ਰਾਈਡ ਲਿੱਤੀ, ਅਸੀਂ 3000 ਤੋਂ ਜ਼ਿਆਦਾ ਪੇ ਕੀਤਾ। ਇੱਥੇ ਅਸੀਂ 1 ਘੰਟਾ ਬੱਸ ਸਟੈਂਡ ਜਾ ਕੇ ਵਾਪਸ ਆਏ ਔਰ ਅੰਕਲ ਪਸੀਨੋ ਪਸੀਨੀ ਹੋਏ ਹੋਏ ਸੀ। ਇਹਨਾਂ ਕੋਲ ਪਾਣੀ ਵੀ ਨਹੀਂ ਸੀ ਗਲਾਸ ਪੀਣ ਵਾਸਤੇ। ਤਾਂ ਇਹਨਾਂ ਨੂੰ ਅਸੀਂ 50 ਰੁਪਏ ਪੇ ਕੀਤੇ। ਤੂੰ ਕੀ ਜ਼ਿੰਦਗੀ 'ਚ ਕੀ ਬਣਨਾ ਚਾਹੇਗਾ? ਜੋ ਤੂੰ ਬਣਨਾ ਚਾਹੇਗਾ ਤੇਰੇ ਪਾਪਾ ਤੈਨੂੰ ਗਿਫਟ ਕਰਨਗੇ। ਉਹ ਸਾਲ ਸੀਗਾ ਬੁੱਢਾ ਦਲ ਸਕੂਲ ਦੀ। ਅੱਜ ਵੀ ਬੁੱਕਲੇਟ ਦੇ ਵਿੱਚ ਮੇਰੇ ਬੇਟੇ ਨੇ ਬੁੱਢਾ ਦਲ ਸਕੂਲ ਦੇ ਵਿੱਚ ਟੌਪ ਕੀਤਾ ਜੀ। ਵਾਹ ਜੀ ਵਾਹ। ਤਾਂ ਮੇਰੇ ਵਾਈਫ ਮੈਨੂੰ ਆ ਕੇ ਪੁੱਛਣ ਲੱਗੇ ਤੁਸੀਂ ਬੇਟੇ ਨੂੰ ਕੀ ਕਿਹਾ? ਮੈਂ ਕੋਈ ਝਿੜਕਿਆ ਨਹੀਂ, ਮੈਂ ਕੋਈ ਮਾਰਿਆ ਨਹੀਂ। ਮੈਂ ਇਹ ਨਹੀਂ ਕਿਹਾ ਸਵੇਰੇ 5 ਵਜੇ ਉੱਠ ਔਰ ਤੂੰ ਬੁੱਕ ਲੈ ਕੇ ਬੈਠ। ਮੈਨੂੰ ਪਤਾ ਸਾਡੇ ਪੇਰੈਂਟਸ ਸਾਡੇ ਨਾਲ ਹੀ ਕਰਦੇ ਹੁੰਦੇ ਸੀ ਔਰ ਅਸੀਂ ਬੁੱਕ ਲੈ ਕੇ ਬੈਠ ਜਾਂਦੇ ਹੁੰਦੇ ਸੀ ਔਰ ਸੋ ਜਾਂਦੇ ਹੁੰਦੇ ਸੀਗੇ, ਹੈ ਨਾ। ਅਗਰ ਅੰਦਰ ਤੋਂ ਹੁਣ ਇਸ ਨੂੰ ਮੋਟੀਵੇਸ਼ਨ ਬੋਲਦੇ ਆ, ਉਹਦੇ ਅੰਦਰ ਦੀ ਮੋਟੀਵੇਸ਼ਨ ਸੀਗੀ। ਇੰਟਰਨਲ ਜਿਹੜਾ ਹੈ ਉਹ ਸੀ, ਉਸਦੇ ਇੰਟਰਨਲ ਦੀ ਚੀਜ਼ ਜਿਹੜੀ ਹੈ ਉਹ ਜਾਗ ਗਈ। ਜਦੋਂ ਉਹ ਚੀਜ਼ ਜਾਗ ਗਈ ਤਾਂ ਉਸਨੂੰ ਕਹਿਣ ਦੀ ਲੋੜ ਨਹੀਂ ਪਈ ਕਿ ਤੂੰ ਇਹ ਕਰ। ਉਸਨੇ ਇਹ ਪੁੱਛਿਆ ਇਹ ਕਰਨ ਵਾਸਤੇ ਕੀ ਕਰਨਾ ਪਏਗਾ। ਜਦੋਂ ਉਸਨੂੰ ਦੱਸਿਆ ਕਿ ਇਹ ਕਰਨਾ ਪਏਗਾ, ਉਸ ਦੇ ਨਾਲ ਉਹਦੀ ਇੰਟਰਨਲ ਜਿਹੜੀ ਮੋਟੀਵੇਟ ਹੋ ਗਿਆ ਉਹ। ਤਾਂ ਇਹ ਲੋੜ ਪੈਂਦੀ ਹੈ। ਕਹਿਣ ਦਾ ਭਾਵ ਵੀ ਇੱਕ ਐਗਜ਼ਾਮਪਲ, ਹੈ ਨਾ, ਇੱਕ ਐਗਜ਼ਾਮਪਲ ਨੇ ਮਤਲਬ ਟਰਨਿੰਗ ਪੁਆਇੰਟ ਬਣ ਗਈ, ਹੈ ਨਾ। ਫਿਰ ਇੱਕਦਮ ਉਹਨੇ ਟਰਨ ਲੈ ਲਿਆ। ਅੱਛਾ, ਇੱਥੇ ਵੀ ਸ਼ਾਇਦ ਇਹ ਵੀ ਇੱਕ ਬੜੀ ਵੱਡੀ ਗੱਲ ਆ। ਤੁਸੀਂ ਪੇਰੈਂਟਸ ਬੱਚਿਆਂ ਦੇ ਵਿਚਕਾਰ ਦੀ ਗੱਲ ਕਰ ਲਿਆ, ਹੈ ਨਾ, ਮਾਂ-ਬਾਪ ਤੇ ਬੱਚਿਆਂ ਦੇ ਜੀ। ਜਿਵੇਂ ਪੁਰਾਣੇ ਜ਼ਮਾਨਿਆਂ ਜਾਂ ਹੁਣ ਵੀ ਆ, ਦੋ ਚੀਜ਼ਾਂ ਨੇ, ਇੱਕ ਸੋਚਣਾ, ਇੱਕ ਥੋਪਣਾ ਚਾਹੀਦਾ। ਤੇ ਸਾਨੂੰ ਇਹ ਹੈ ਵੀ ਬੱਚਿਆਂ ਨੂੰ ਜੇ ਸੋਚ ਪੈਦਾ ਕੀਤੀ ਹੋ, ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਵੀ ਸੋਚਣ ਲਾਤਾ ਉਹਨੂੰ ਵੀ ਇੱਦਾਂ ਕਰਨਾ। ਪਰ ਬਹੁਤ ਗਿਣਤੀ ਜਾਂ ਬਹੁਤਾਤ ਦੇ ਵਿੱਚ ਆਪਾਂ ਥੋਪਣਾ ਹੀ ਕਹਿੰਦੇ ਹਾਂ ਵੀ ਤੂੰ ਆਹ ਬਣਨਾ, ਵੀ ਆਹ ਬਣਨਾ, ਚਾਹੇ ਯਾਨੀ ਕਿ ਪ੍ਰੈਸ਼ਰ ਦੇਈ ਜਾਂਦੇ ਅਸੀਂ, ਪ੍ਰੈਸ਼ਰ ਕੁੱਕਰ ਵਾਂਗੂ। ਵੀ ਕੀ ਕਾਰਨ ਆ, ਮਤਲਬ ਤੁਹਾਨੂੰ ਲੱਗਦਾ ਵੀ ਕਿਉਂ ਨਹੀਂ ਸੋਚਣ ਵਾਲੇ ਪਾਸੇ ਅਸੀਂ, ਜੇ ਤੁਸੀਂ ਤਾਂ ਮਤਲਬ ਲਾਤਾ, ਆਮ ਲੋਕ ਕਿਉਂ ਨਹੀਂ ਲਾ ਪਾਉਂਦੇ? ਮਤਲਬ ਉਹ ਬੱਚਿਆਂ ਦੀ ਸਾਈਕੀ ਨਹੀਂ ਸਮਝ ਸਕਦੇ, ਸਮਝ ਪਾ ਰਹੇ ਜਾਂ ਉਸ ਮਤਲਬ ਉਸ ਹਾਣ ਦੇ ਹੋਣਾ ਪੈਂਦਾ, ਕਿਉਂਕਿ ਸਾਰੇ ਬੰਦੇ ਤਾਂ ਮੋਟੀਵੇਸ਼ਨਲ ਸਪੀਕਰ ਨੇ ਨਾ ਜੀ। ਤੇ ਕੀ ਫਿਰ ਕਿਸ ਤਰ੍ਹਾਂ ਉਹਨਾਂ ਨਾਲ ਘੁਲਿਆ ਮਿਲਿਆ ਜਾਵੇ ਬੱਚਿਆਂ ਨਾਲ, ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਗਾਈਡ ਕੀਤਾ ਜਾਵੇ? ਅਗਰ ਮੇਰੀ ਪੱਖ ਤੋਂ ਦੇਖਿਆ ਜਾਵੇ ਤਾਂ ਇਹਦੇ ਕਾਫੀ ਜ਼ਿਆਦਾ ਪੱਖ ਹੈਗੇ ਆ, ਪਰ ਮੈਂ ਇਸ ਨੂੰ ਮੇਨ ਇੱਕ ਚੀਜ਼ ਦੇ ਵਿੱਚ ਮੰਨੂੰਗਾ, ਕਾਲ ਯੁੱਗ।
ਜਿਹੜਾ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਕਾਲ ਯੁੱਗ ਚੱਲ ਰਿਹਾ। ਜੀ। ਹਸਬੈਂਡ ਨੂੰ ਵਾਈਫ ਦੇ ਕੋਲ ਬੈਠਣ ਦਾ ਸਮਾਂ ਨਹੀਂ ਹੈ। ਹਾਂ ਬਿਲਕੁਲ। ਬੱਚੇ ਨੂੰ ਪੇਰੈਂਟਸ ਨਾਲ ਬੈਠਣ ਦਾ ਸਮਾਂ ਨਹੀਂ ਹੈ। ਪੇਰੈਂਟਸ ਕੋਲ ਆਪਣੇ ਕਿਸੇ ਮਤਲਬ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲ ਸਾਂਝੀ ਕਰਨ ਦਾ, ਅਗਰ ਆਪਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਸ਼ਾਇਦ 40-50 ਸਾਲ ਪਿੱਛੇ ਚਲੇ ਜਾਈਏ, ਤਾਂ ਆਮ ਤੌਰ 'ਤੇ ਲੋਕ ਇਕੱਠੇ ਬੈਠਦੇ ਸੀਗੇ। ਜਦੋਂ ਤੋਂ ਇਹ ਟੀਵੀ ਵਗੈਰਾ ਸਾਡੇ ਘਰ ਦੇ ਵਿੱਚ ਆਉਣੇ ਸ਼ੁਰੂ ਹੋਏ, ਤਾਂ ਇਹਨਾਂ ਨੇ ਇਕੱਠੇ ਬੈਠ ਕੇ ਇੱਕ ਜਿਹੜਾ ਚਲਨ ਸੀਗਾ, ਜਿਹੜਾ ਸਾਡੇ ਸਮਾਜਿਕ ਤੌਰ ਦੇ ਉੱਤੇ ਸਾਡੇ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਨੂੰ ਵਿਰਸੇ ਦੇ ਅੰਦਰ ਗਿਣਿਆ ਜਾਂਦਾ ਸੀਗਾ ਕਿ ਇਕੱਠੇ ਹੋ ਕੇ ਬੈਠਣਾ ਇੱਕ ਵਿਰਸਾ ਹੁੰਦਾ ਸੀਗਾ, ਹੈ ਨਾ ਜੀ। ਇਹ ਇਸ ਚੀਜ਼ ਨੇ ਖਤਮ ਕਰਤਾ। ਹੁਣ ਜਦੋਂ ਇੱਕ ਦੂਜੇ ਕੋਲ ਬੈਠੇ ਨਹੀਂ, ਆਪਾਂ ਦੋਨੋਂ ਜਣੇ ਬੈਠੇ ਆ, ਤੁਸੀਂ ਮੈਨੂੰ ਦੱਸਿਆ ਕਿ ਇਹ ਵਾਲੀ ਚੀਜ਼ ਮੇਰੇ ਬੇਟੇ ਨੇ ਕੀਤੀ, ਅੱਜ ਉਹ ਇਹ ਪਹੁੰਚ ਗਿਆ, ਤਾਂ ਮੈਂ ਬਜਾਏ ਇਸ ਦੇ ਆਪਣੇ ਬੇਟੇ ਦੀ ਚੀਜ਼ ਪੁੱਛਣ ਦੀ ਬਜਾਏ ਤੁਹਾਡੇ ਲਈ ਗੱਲ ਕਿ ਮੈਂ ਥੋਪਤੀ ਜਾ ਕੇ ਉਸ 'ਤੇ, ਮੈਂ ਉਸ ਨੂੰ ਸਮਝਿਆ ਨਹੀਂ, ਮੈਂ ਉਸ ਨੂੰ ਤਾਂ ਨਹੀਂ ਸਮਝਿਆ ਕਿਉਂਕਿ ਮੈਂ ਉਸ ਕੋਲ ਬੈਠੇ ਹੀ ਨਹੀਂ। ਮੈਂ ਥੋੜ੍ਹਾ ਜਿਹਾ ਮੁੱਦੇ ਤੋਂ ਅਲੱਗ ਹੋ ਕੇ ਗੱਲ ਕਰਦਾ। ਅੱਜ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਕਲੇਸ਼, ਚਾਹੇ ਉਹ ਆਪਾਂ ਪੁਲਿਸ ਥਾਣੇ ਵਿੱਚ ਚਲੇ ਜਾਈਏ, ਚਾਹੇ ਆਪਾਂ ਕੋਰਟ ਕਚਹਿਰੀ ਵਿੱਚ ਚਲੇ ਜਾਈਏ, ਜ਼ਿਆਦਾ ਕਲੇਸ਼ ਬਾਹਰ ਵਾਲੇ ਲੋਕਾਂ ਨਾਲ ਨਹੀਂ ਹੈ, ਪਰਿਵਾਰਕ ਤੌਰ 'ਤੇ ਜ਼ਿਆਦਾ ਕਲੇਸ਼ ਹੈ। ਬਿਲਕੁਲ। ਉਹ ਜ਼ਿਆਦਾ ਕਲੇਸ਼ ਹੋਣ ਦਾ ਕਾਰਨ ਸਿਰਫ ਇਹ ਹੈ ਕਿ ਆਪਸ ਦੇ ਵਿੱਚ ਜਦੋਂ ਇੱਕ ਦੂਜੇ ਨਾਲ ਨਾ ਬੈਠਣਾ, ਇੱਕ ਦੂਜੇ ਦੀ ਗੱਲ ਨੂੰ ਨਾ ਸਮਝਣਾ, ਇੱਕ ਦੂਜੇ ਨੂੰ ਅਹਿਮੀਅਤ ਨਾ ਦੇਣਾ, ਤਾਂ ਇਹ ਸਭ ਤੋਂ ਵੱਡਾ ਕਾਰਨ ਜਿਹੜਾ ਅੱਜ ਸਮਾਜ ਦੇ ਵਿੱਚ ਅਲੱਗ ਹੋਣ ਦਾ ਬਣ ਚੁੱਕਿਆ ਹੈ। ਬੱਚਿਆਂ ਨੂੰ ਸਹੀ ਡਾਇਰੈਕਸ਼ਨ ਤਾਂ ਨਹੀਂ ਮਿਲ ਪਾ ਰਹੀ ਕਿਉਂਕਿ ਪੇਰੈਂਟਸ ਕੋਲ ਸਮਾਂ ਨਹੀਂ ਹੈ ਆਪਣੇ ਬੱਚਿਆਂ ਕੋਲ ਬੈਠਣ ਵਾਸਤੇ, ਔਰ ਕਿਤੇ ਨਾ ਕਿਤੇ ਅਗਰ ਪੇਰੈਂਟਸ ਆਪਣਾ ਸਮਾਂ ਕੱਢਦੇ ਆ, ਬੱਚਿਆਂ ਨਾਲ ਪਰਿਵਾਰ ਨਾਲ ਬੈਠਣਾ ਚਾਹੁੰਦੇ, ਤਾਂ ਬੱਚਿਆਂ ਕੋਲ ਸਮਾਂ ਨਹੀਂ ਹੈ ਉਸ ਚੀਜ਼ ਕੱਢਣ ਵਾਸਤੇ। ਬਿਲਕੁਲ। ਕਿਉਂਕਿ ਜਿਹੜੀ ਅਗਰ ਅਸੀਂ ਮਤਲਬ ਜਿਹੜੀ ਆਪਣੀ ਕਾਉਂਸਲਿੰਗ ਆ, ਅਗਰ ਉਹ ਸਾਡੀ ਘਰ 'ਚ ਹੀ ਹੋ ਜੇ, ਤਾਂ ਕਿਉਂ ਲੋੜ ਪਵੇ ਵੀ ਸਾਨੂੰ ਕੋਈ ਅਦਰ ਥਰਡ ਪਰਸਨ ਦੀ ਲੋੜ ਪਵੇ ਵੀ ਉਹ ਕਾਉਂਸਲਿੰਗ ਕਰੇ ਸਾਡੀ, ਕਿਉਂਕਿ ਉਹ ਵਿਚਕਾਰ ਜਿਹੜੀ ਇੱਕ ਰਾਬਤਾ ਕਹਿ ਲਓ, ਹੈ ਨਾ, ਉਹ ਟੁੱਟ ਗਿਆ। ਮੈਂ ਸਮਾਜਿਕ ਤੌਰ 'ਤੇ ਬਹੁਤ ਸਾਰੇ, ਜਿਵੇਂ ਆਪਾਂ ਆਪਣੇ ਪਰਿਵਾਰ 'ਚ ਇੱਕ ਦੂਸਰੇ ਨਾਲ ਸਾਂਝ ਹੁੰਦੀ ਹੈ, ਅਸੀਂ ਜਾਂਦੇ ਹਾਂ, ਮਿਲਦੇ ਹਾਂ, ਵਿਚਰਦੇ ਹਾਂ, ਹੈ ਨਾ। ਮੈਂ ਬੜੇ ਪਰਿਵਾਰਾਂ ਦੇ ਵਿੱਚ ਜਾਂਦਾ, ਜਦੋਂ ਬੱਚੇ ਛੋਟੇ ਹੁੰਦੇ ਆ ਜਾਂ ਕੁਝ ਥੋੜ੍ਹੇ ਜਿਹੇ, ਮੈਂ ਉਹਨਾਂ ਨੂੰ ਪੁੱਛਦਾ, ਬੇਟੇ ਵੱਡੇ ਹੋ ਕੇ ਕੀ ਬਣਨਾ ਚਾਹੋਗੇ? ਮੈਂ ਜੋ ਗੱਲਾਂ ਬੋਲ ਰਿਹਾ ਤੁਹਾਡੇ ਨਾਲ ਬੜੀਆਂ ਪ੍ਰੈਕਟੀਕਲ ਜਿਹੀਆਂ ਬੋਲ ਰਹੇ ਹਾਂ ਜੀ, ਕਦੇ ਤੁਸੀਂ ਵੀ ਕਰਕੇ ਦੇਖਣਾ ਇਸ ਚੀਜ਼ ਨੂੰ। ਜੀ ਬਿਲਕੁਲ। ਜਦੋਂ ਪਰਿਵਾਰ 'ਚ ਤੁਸੀਂ ਛੋਟੇ ਬੱਚਿਆਂ ਨੂੰ ਮਿਲਦੇ ਹੋ ਤਾਂ ਬੱਚੇ ਕਹਿੰਦੇ ਆ, ਮੈਂ ਮਤਲਬ ਐਗਜ਼ਾਮਪਲਸ ਦਿੰਦੇ ਆ, ਮੈਂ ਸਲਮਾਨ ਖਾਨ ਬਣਨਾ ਚਾਹੂੰਗਾ, ਮੈਂ ਇਸ ਵਰਗਾ ਬਣਨਾ ਚਾਹੂੰਗਾ, ਮੈਂ ਉਸ ਵਰਗਾ ਬਣਨਾ ਚਾਹੂੰਗਾ ਜੀ। ਯਕੀਨ ਮੰਨਣਾ, ਸ਼ਾਇਦ ਮੈਂ ਬਹੁਤ ਘੱਟ ਹੋਇਆ ਹੋਊਗਾ, ਮੈਂ ਗਿਣ ਕੇ ਦੱਸ ਸਕਦਾ ਹਾਂ 1-2 ਵਾਰ ਦੇ ਵਿੱਚ, ਜਿਸ ਬੱਚੇ ਨੇ, ਜਿਸ ਬੇਟੀ ਨੇ ਕਦੇ ਇਹ ਬੋਲਿਆ ਹੋ ਮੈਂ ਆਪਣੇ ਪਾਪਾ ਵਰਗਾ ਬਣਨਾ ਚਾਹੂੰ, ਮੈਂ ਆਪਣੀ ਮੰਮੀ ਵਰਗੀ ਬਣਨਾ ਚਾਹੂੰ। ਇਹ ਇਸ ਸੋਚ ਨੇ ਜਨਮ ਕਿੱਥੋਂ ਲਿੱਤਾ? ਇਸ ਸੋਚ ਨੇ ਆਪਣੇ ਪਰਿਵਾਰ 'ਚੋਂ ਜਨਮ ਲਿੱਤਾ। ਬਿਲਕੁਲ ਬਿਲਕੁਲ। ਹੁਣ ਮਾਫ ਕਰਨਾ ਮੇਰੀ ਗੱਲ ਨੂੰ, ਜਿਹੜੀ ਮੈਂ ਗੱਲ ਕਹਿਣ ਜਾ ਰਿਹਾ, ਅਗਰ ਮਾਂ ਨੇ ਜਾਂ ਬਾਪ ਨੇ, ਮਦਰ ਜਾਂ ਫਾਦਰ ਨੇ ਜ਼ਿੰਦਗੀ ਦੇ ਵਿੱਚ ਕੁਝ ਐਸਾ ਕੀਤਾ ਹੋਏਗਾ ਜਿਸ ਦੇ ਵਿੱਚ ਪਰਿਵਾਰ ਦੇ ਵਿੱਚ ਮਾਂ ਪਿਓ ਨੂੰ, ਵਾਈਫ ਨੂੰ ਜਾਂ ਹਸਬੈਂਡ ਨੂੰ ਜਾਂ ਬੱਚਿਆਂ ਨੂੰ ਉਸ ਗੱਲ ਦੇ ਉੱਤੇ ਗਰਵ ਮਹਿਸੂਸ ਹੁੰਦਾ ਹੋਵੇਗਾ, ਯੈਸ ਅਗਰ ਅਮਿਤਾਭ ਬੱਚਨ ਨੇ ਅੱਜ ਕੁਝ ਕੀਤਾ ਤਾਂ ਅਮਿਤਾਭ ਬੱਚਨ ਵਰਗਾ ਬਣਨਾ ਹੈ। ਬਿਲਕੁਲ ਬਿਲਕੁਲ। ਪਰ ਪਰਿਵਾਰ ਦੇ ਵਿੱਚ ਜਦੋਂ ਅਸੀਂ ਦੁੱਖ ਸੁੱਖ ਸਾਂਝੇ ਕਰਨ ਵਾਲੀ ਚੀਜ਼ਾਂ ਬੱਚਿਆਂ ਨੂੰ ਦੱਸਦੇ ਹਾਂ, ਅਗਰ ਬੱਚਾ ਇਹ ਗੱਲ ਬੋਲਦਾ ਕਿ ਮੈਂ ਵੱਡਾ ਹੋ ਕੇ ਆਪਣੀ ਮਾਂ ਵਰਗੀ ਬਣਨਾ ਚਾਹੂੰ, ਮੈਂ ਆਪਣੇ ਪਿਓ ਵਰਗਾ ਬਣਨਾ ਚਾਹੂੰ, ਜ਼ਿੰਦਗੀ ਇੱਥੇ ਹੀ ਸਫਲ ਹੈ। ਪਰ ਇਹ ਨਹੀਂ ਹੋ ਪਾ ਰਿਹਾ, ਫਿਰ ਮਾਫ ਕਰਨਾ, ਫਿਰ ਬੱਚਾ ਆਪਣਾ ਥੋੜੀ ਹੋ ਗਿਆ, ਫਿਰ ਤਾਂ ਅਮਿਤਾਭ ਬੱਚਨ ਦਾ ਬੱਚਾ ਹੋ ਗਿਆ ਜੋ ਕਹਿ ਰਿਹਾ ਕਿ ਮੈਂ ਅਮਿਤਾਭ ਬੱਚਨ ਵਰਗਾ ਬਣਨਾ ਚਾਹੂੰ। ਬਿਲਕੁਲ ਬਿਲਕੁਲ, ਹੈ ਨਾ। ਅਸੀਂ ਆਪਣੇ ਪਰਿਵਾਰ ਦੇ ਵਿੱਚ ਅਸੀਂ ਜਿਸ ਔਖੀਆਂ ਚੀਜ਼ਾਂ ਚੋਂ ਲੰਘ ਕੇ, ਸੌਖੀਆਂ ਚੀਜ਼ਾਂ ਚੋਂ ਲੰਘ ਕੇ ਕੁਝ ਐਸੇ ਫੈਸਲੇ ਜਿਹੜੇ ਅਸੀਂ ਨਹੀਂ ਲੈ ਸਕਦੇ ਸੀ, ਫਿਰ ਵੀ ਲਿੱਤੇ। ਅਸੀਂ ਕਾਬਲ ਨਹੀਂ ਸੀ ਉਸ ਫੈਸਲੇ ਲੈਣ ਵਾਸਤੇ, ਪਰ ਉਹ ਜਦੋਂ ਪ੍ਰੋਬਲਮ ਸਾਡੇ ਉੱਤੇ ਆ ਗਈਆਂ, ਅਸੀਂ ਉਹ ਕਾਬਲ ਵੀ ਬਣ ਗਏ। ਅਸੀਂ ਉਹ ਤਜਰਬਿਆਂ ਦੇ ਵਿੱਚੋਂ ਲੰਘਣ ਵਾਲੀਆਂ ਚੀਜ਼ਾਂ, ਮਹਾਨ ਸਾਡੇ ਪੰਜਾਬ ਦੀਆਂ ਜਿਹੜੀਆਂ ਬਹੁਤ ਅੱਛੀਆਂ ਸਟੋਰੀਜ਼ ਹੈਗੀਆਂ, ਅਸੀਂ ਉਹ ਬੱਚਿਆਂ ਨੂੰ ਨਹੀਂ ਦਿਖਾਉਂਦੇ, ਨਹੀਂ ਪੜ੍ਹਾਉਂਦੇ, ਨਹੀਂ ਸੁਣਾਉਂਦੇ, ਨਹੀਂ ਦੱਸਦੇ, ਤਾਂ ਬੱਚੇ ਵੀ ਫੈਸਲੇ ਲੈਣ ਲਾਇਕ ਨਹੀਂ ਰਹਿੰਦੇ ਹੈਗੇ। ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਮਾਪਿਓ ਨੇ ਕੀ ਕੀਤਾ। ਇਸ ਕਰਕੇ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਆ, ਉਹ ਮਾਪਿਓ ਦਾ ਨਾਮ ਲੈਣ ਦੀ ਬਜਾਏ ਕੁਝ ਹੋਰ ਨਾਮ ਲੈ ਰਹੇ, ਫਿਰ ਸਮਾਜ ਜਿਹੜਾ ਹੈ ਥੋੜ੍ਹਾ ਜਿਹਾ ਅਲੱਗ ਜਾ ਰਿਹਾ। ਜੀ ਜੀ ਬਿਲਕੁਲ। ਅਸਲ 'ਚ ਨਾ ਜ਼ਿੰਦਗੀ 'ਚ ਹੁਣ ਸਾਡੇ ਰੋਲ ਮਾਡਲ ਵੀ ਬਦਲ ਗਏ ਨੇ ਨਾ। ਪਹਿਲਾਂ ਤੁਸੀਂ ਦੇਖਦੇ ਹੋਗੇ ਵੀ ਘਰਾਂ ਦੇ ਵਿੱਚ ਸਾਡੇ ਜਿਹੜੇ ਗੁਰੂ ਸਾਹਿਬ ਆ ਉਹਨਾਂ ਦੀਆਂ ਤਸਵੀਰਾਂ ਸੀਗੀਆਂ, ਹੈ ਨਾ ਜੀ, ਲੱਗਦੀਆਂ ਸੀ, ਲਗਾਈਆਂ ਹੋਈਆਂ ਕੰਧਾਂ 'ਤੇ ਦੇਖਦੇ ਹਾਂ। ਜਾਂ ਕਹਿ ਲਓ ਕਿ ਇਨਕਲਾਬੀ ਲੋਕਾਂ ਦੀਆਂ, ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਆ, ਹੈ ਨਾ, ਸ਼ਹੀਦ ਊਧਮ ਸਿੰਘ ਦੀ ਲੱਗੀ ਹੋਈ ਆ, ਹੋਰ ਇੱਦਾਂ ਦੀਆਂ। ਪਰ ਅੱਜ ਸਾਡੇ ਰੋਲ ਮਾਡਲ ਵੀ ਬਦਲ ਗਏ। ਅਸੀਂ ਜਿਵੇਂ ਸਾਡੇ ਗਾਇਕ ਨੇ, ਗਾਇਕਾਂ ਨੂੰ ਸਟਾਰ ਕਹੀ ਜਾਂਦੇ ਆ, ਜਾਂ ਸੈਲੀਬ੍ਰਿਟੀ, ਸਭ ਕੁਝ ਉਹੀ ਮਤਲਬ ਉਹਨਾਂ ਨੂੰ ਮੰਨੀ ਜਾਂਦੇ ਆ। ਅਤੇ ਫਿਰ ਉਹਨਾਂ ਦੀ ਜ਼ਿੰਦਗੀਆਂ 'ਚ ਜੋ ਵਾਪਰ ਰਿਹਾ ਜਾਂ ਦੇਖ ਰਹੇ, ਅਤੇ ਮਤਲਬ ਇੱਥੇ ਵੀ ਲੈਕਿੰਗ ਹੈਗੀ ਕਿਤੇ ਮੋਟੀਵੇਸ਼ਨ ਦੀ। ਕਿਉਂਕਿ ਜੋ ਵੀ ਮੋਟੀਵੇਸ਼ਨ ਸਾਨੂੰ ਨੇਚਰ ਤੋਂ ਮਿਲਣੀ, ਆਪਣੇ ਚਾਰ ਚੁਫੇਰੇ ਤੋਂ ਮਿਲਣੀ, ਜੋ ਚਾਰ ਚੁਫੇਰਾ ਅਸੀਂ ਨਹੀਂ ਉੱਦਾਂ ਦਾ ਸਿਰਜ ਰਹੇ, ਤਾਂ ਫਿਰ ਜ਼ਾਹਿਰ ਜੀ ਗੱਲ ਆ ਕਿ ਜਿੱਧਰ ਨੂੰ ਉਹਨਾਂ ਦਾ ਵਹਾਅ ਬਹਿਣ ਬਣਿਆ, ਉੱਧਰ ਨੂੰ ਇਹਨਾਂ ਨੇ ਬਹਿ ਜਾਣਾ। ਐਸੋਸੀਏਸ਼ਨ ਦਾ ਬੜਾ ਵੱਡਾ ਪਾਰਟ ਹੈ। ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹੈਗਾ ਇਸ ਗੱਲ ਨੂੰ ਜੀ। ਐਸੋਸੀਏਸ਼ਨ ਦਾ ਬੜਾ ਵੱਡਾ ਪਾਰਟ ਹੈਗਾ ਜੀ ਜੀ। ਪਹਿਲੀ ਐਸੋਸੀਏਸ਼ਨ ਬੱਚੇ ਨੂੰ ਆਪਣੇ ਪਰਿਵਾਰ ਵਿੱਚੋਂ ਮਿਲਣੀ ਹੈ। ਅੱਜ ਦੇ ਸਮੇਂ ਅਸੀਂ ਦੇਖਦੇ ਹਾਂ
ਕਿ ਜਦੋਂ ਬੱਚਾ ਬਹੁਤ ਛੋਟਾ ਹੁੰਦਾ ਹੈ, ਮਾਂ ਨੇ ਆਪਣੇ ਘਰ ਦਾ ਕੰਮ ਕਰਨਾ ਹੁੰਦਾ, ਕਿਤੇ ਜਾਣਾ ਹੁੰਦਾ, ਮਾਰਕੀਟ ਦੇ ਵਿੱਚ ਗਏ ਹੋਏ ਆ, ਮਾਲ 'ਚ ਗਏ ਆ, ਮੂਵੀ ਦੇਖਣ ਗਏ ਆ, ਕੁਛ ਵੀ ਸਮਾਜਿਕ ਤੌਰ 'ਤੇ ਗੁਰਦੁਆਰਾ ਸਾਹਿਬ ਬੈਠੇ ਹੋਏ ਆ, ਕਿਸੇ ਦੇ ਅਖੰਡ ਪਾਠ ਸਾਹਿਬ ਦੇ ਉੱਤੇ ਬੈਠੇ ਹੋਏ ਆ, ਕਿਸੇ ਦੀ ਪਾਰਟੀ ਤੇ, ਕਿਸੇ ਦੇ ਭੋਗ ਤੇ ਬੈਠੇ ਆ, ਤਾਂ ਬੱਚੇ ਦੇ ਹੱਥ ਦੇ ਵਿੱਚ ਇੱਕ ਫੋਨ ਫੜਾ ਦਿੰਦਾ ਕਿ ਚਲੋ ਬੱਚਾ ਥੋੜ੍ਹੀ ਦੇਰ ਹਿੱਲੇ ਸਵੇਲੇ 'ਚ ਲੱਗਿਆ ਰਹੂਗਾ। ਹਾਂਜੀ ਹਾਂਜੀ। ਉਹ ਸਾਡੇ ਨਾ ਮਾਈਂਡ ਦੇ ਵਿੱਚ ਕੌਨਸ਼ੀਅਸ ਮਾਈਂਡ, ਅਨਕੌਨਸ਼ੀਅਸ ਮਾਈਂਡ ਔਰ ਸਬਕੌਨਸ਼ੀਅਸ ਮਾਈਂਡ, ਤਿੰਨ ਤਰ੍ਹਾਂ ਦੀ ਚੀਜ਼ਾਂ ਕੰਮ ਕਰਦੀਆਂ। ਜੀ ਜੀ ਬਿਲਕੁਲ। ਆਪਾਂ ਕੌਨਸ਼ੀਅਸ ਮਾਈਂਡ ਦੇ ਵਿੱਚ ਨਹੀਂ ਕਹਦੇ, ਕਿਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਬੱਚੇ ਦੇ ਉਹ ਚੀਜ਼ਾਂ ਵਿਚਰ ਗਈਆਂ। ਫੋਨ, ਹੁਣ ਫੋਨ ਦੇ ਉੱਤੇ ਉਹ ਕੌਣ ਹੈ ਉਸ ਨੂੰ ਨਹੀਂ ਪਤਾ, ਪਰ ਫੋਨ ਉਹ ਇੱਕ ਆਪਾਂ ਐਡਿਕਟ ਕਹਿ ਸਕਦੇ ਹਾਂ, ਜਾਂ ਕਹਿ ਸਕਦੇ ਜਿਵੇਂ ਨਾ ਆਦੀ ਹੋ ਚੁੱਕਿਆ ਉਸ ਗੱਲ ਦਾ। ਤਾਂ ਹੁਣ ਉਸ ਚੀਜ਼ ਦਾ ਆਦੀ ਹੋ ਗਿਆ। ਹੁਣ ਜਦੋਂ ਉਸ ਚੀਜ਼ ਦਾ ਆਦੀ ਹੋ ਗਿਆ ਤਾਂ ਪੇਰੈਂਟਸ ਹੁਣ ਉਸ ਦੀ ਲੱਤ ਛੁਡਾਉਣ ਵਾਸਤੇ ਕੋਸ਼ਿਸ਼ ਕਰਦੇ, ਤਾਂ ਨਸ਼ਾ ਹੈ ਆਪ ਲਗਾਇਆ ਪਹਿਲਾਂ। ਟੀਵੀ ਦੇਖਣ ਦਾ, ਮੂਵੀਜ਼ ਦੇਖਣ ਦਾ, ਮੋਬਾਈਲ ਦਾ, ਇਹ ਚੀਜ਼ਾਂ ਦਾ ਨਸ਼ਾ ਅਸੀਂ ਆਪ ਲਗਾਇਆ। ਜਦੋਂ ਅਸੀਂ ਆਪ ਲਗਾਤਾ, ਹੁਣ ਅਸੀਂ ਕਹਿੰਦੇ ਹਾਂ ਬੱਚੇ ਇਸ ਤੋਂ ਦੂਰ ਚਲੇ ਜਾਣ, ਤਾਂ ਉਹ ਟਕਰਾਵ ਸ਼ੁਰੂ ਹੋ ਗਿਆ ਜੀ। ਜਦੋਂ ਟਕਰਾਵ ਸ਼ੁਰੂ ਹੋ ਗਿਆ ਤਾਂ ਤੁਹਾਡੇ ਲਈ ਗੱਲ ਬਿਲਕੁਲ ਠੀਕ ਹੈ ਕਿ ਅੱਜ ਫਰਕ ਪਿਆ ਇਸ ਚੀਜ਼ ਦਾ, ਪਰਿਵਾਰਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਫਰਕ ਪਿਆ ਜੀ। ਪਰ ਜੇ ਆਪਾਂ ਸਮਾਜਿਕ ਤੌਰ ਤੇ ਦੇਖੀਏ, ਅੱਜ ਸਕੂਲਾਂ ਦੇ ਵਿੱਚ ਜਿਹੜੀ ਪਹਿਲਾਂ ਅਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ, ਸ਼ਹੀਦ ਭਗਤ ਸਿੰਘ ਪੜ੍ਹਾਏ ਜਾਂਦੇ ਸੀ, ਗੁਰੂ ਨਾਨਕ ਦੇਵ ਜੀ ਪੜ੍ਹਾਏ ਜਾਂਦੇ ਸੀਗੇ, ਤਾਂ ਹੁਣ ਅੱਜ ਦੇ ਸਮੇਂ ਦੇ ਸਕੂਲ ਦੇ ਵਿੱਚ ਐਸੀਆਂ ਚੀਜ਼ਾਂ ਬਹੁਤ ਘੱਟ ਜਿਹੜੀਆਂ ਹੈ, ਇਹਨਾਂ ਦੇ ਹੈਗੀਆਂ, ਇਹ ਨਹੀਂ ਕਹਿ ਰਹੇ ਨਹੀਂ ਹੈਗੀਆਂ, ਇਹਨਾਂ ਵਿੱਚ ਜ਼ੋਰ ਬਹੁਤ ਘੱਟ ਦਿੱਤਾ ਜਾਂਦਾ ਹੈ। ਬਿਲਕੁਲ ਨਾ, ਜਦੋਂ ਇਹਨਾਂ ਦੇ ਜ਼ੋਰ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਦੇ ਦਿਮਾਗ 'ਚ ਸਿਰਫ ਇਹੀ ਹੁੰਦਾ, ਉਹਨਾਂ ਨੇ ਪੜ੍ਹਨਾ ਇਸ ਵਾਸਤੇ ਹੈ ਕਿ ਐਗਜ਼ਾਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ, ਉਹ ਕਿੱਥੇ ਕਿੱਥੇ ਗਏ, ਉਹਨਾਂ ਨੇ ਸਿਰਫ ਇਸ ਵਾਸਤੇ ਪੜ੍ਹਨਾ। ਉਹਨਾਂ ਨੇ ਉਸ ਇੰਟਰਸਟ ਨਾਲ ਨਹੀਂ ਪੜ੍ਹਨਾ ਕਿ ਕਿੱਦਾਂ ਸਾਡੀ ਜਿਹੜੀ ਸਾਡੀ ਕੌਮ, ਸਾਡੀ ਸ਼ਖਸੀਅਤ, ਸਾਡੇ ਗੁਰੂ, ਸਾਡੇ ਦੇਵੀ ਦੇਵਤੇ, ਸਾਡੇ ਪੀਰ ਪੈਗੰਬਰ ਕਿਵੇਂ ਕਿਸਾਂ ਚੀਜ਼ਾਂ 'ਚੋਂ ਵਿਚਰੇ, ਉਹਨਾਂ ਨੇ ਕੀ ਕੀਤਾ, ਸਾਡੇ ਵਾਸਤੇ ਕੀ ਕੀਤਾ, ਸਾਡੇ ਸਮਾਜ ਵਾਸਤੇ ਕੀ ਕੀਤਾ। ਨਾ ਸਕੂਲ ਦੇ ਵਿੱਚ ਉਹ ਚੀਜ਼ ਅੱਛੇ ਤਰੀਕੇ ਨਾਲ ਪੜ੍ਹਾਈ ਜਾ ਰਹੀ ਹੈ, ਤੇ ਨਾ ਹੀ ਬੱਚੇ ਦੇ ਦਿਮਾਗ 'ਚ ਉਤਰ ਰਹੀ ਹੈ। ਸਿੰਗਰ ਜਿਹੜੇ ਉਤਰ ਰਹੇ ਆ ਦਿਮਾਗ ਦੇ ਅੰਦਰ, ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਆਲੇ ਦੁਆਲੇ ਜਿੰਨਾ ਵਿਚਰ ਰਹੇ ਉਹ ਸਿੰਗਰ ਹੀ ਵਿਚਰ ਰਹੇ ਆ ਜੀ। ਜੀ ਜੀ ਬਿਲਕੁਲ, ਹੈ ਨਾ, ਫਿਲਮ ਸਟੋਰੀਆਂ ਵਿਚਰ ਰਹੀਆਂ ਜੀ। ਬਿਲਕੁਲ ਸਹੀ ਗੱਲ ਕਰੀ ਤੁਸੀਂ। ਅੱਜ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਕਾਹਲ ਬਹੁਤ ਆ ਜ਼ਿੰਦਗੀ 'ਚ, ਹੈ ਨਾ। ਹੁਣ ਆਪਾਂ ਬੱਚਿਆਂ ਦਾ ਪੱਖ ਦੇਖਿਆ ਨਾ, ਬੱਚੇ ਇਗਨੋਰ ਕੀਤੇ ਜਾ ਰਹੇ ਨੇ ਜੀ। ਪਰ ਜੇ ਆਪਾਂ ਪੇਰੈਂਟਸ ਨੂੰ ਕਵਾਂਗੇ, ਉਹ ਵੀ ਕਹਿਣਗੇ ਵੀ ਹੁਣ ਦੇਖੋ ਕਿਹੜਾ ਟਾਈਮ ਚੱਲ ਰਿਹਾ, 21ਵੀਂ ਸਦੀ ਮਤਲਬ ਜੀ ਰਹੇ ਅਸੀਂ, ਹੈ ਨਾ। ਬੜੀ ਭੱਜ ਨੱਠਾ ਜੀ, ਅਸੀਂ ਇੱਕ ਦਿਨ ਟਾਈਮ ਨਾ ਦਈਏ ਬਿਜ਼ਨਸ ਨੂੰ, ਇੱਕ ਦਿਨ ਕਹਿ ਲਓ, ਜਾਂ ਮਤਲਬ ਕੋਈ ਸਮਾਂ ਨਾ ਦਈਏ ਜੇ ਬੱਚਿਆਂ ਵੱਲ ਦਈਏ, ਤਾਂ ਸਾਡਾ ਬਿਜ਼ਨਸ ਕਿਤੇ ਤੋਂ ਕਿਤੇ ਪਹੁੰਚ ਜਾਣਾ, ਹੈ ਨਾ। ਅਤੇ ਫਿਰ ਬੱਚਿਆਂ ਨੂੰ ਕੀ ਲੱਗਦਾ ਵੀ ਜਿਹੜੇ ਮਾਂ ਪਿਓ ਜਿਹੜਾ ਇਹ ਬਹਾਨਾ ਉਹ ਵੀ ਆਪਣਾ ਵਰਜ਼ਨ ਦੇਣਗੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਫਿਰ ਮਾਂ ਪਿਓ ਟਾਈਮ ਕਿੱਦਾਂ ਕੱਢਣ? ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਮਾਂ ਪਿਓ ਟਾਈਮ ਕਿੱਦਾਂ ਕੱਢਣ। ਆਪਾਂ ਜਿਹੜੀ ਗੱਲ ਕੀਤੀ ਸੀ 30 40 ਸਾਲ 50 ਸਾਲ ਪੁਰਾਣੀ ਕੀਤੀ ਸੀ ਕਿ ਸਾਡਾ ਸੱਭਿਆਚਾਰ ਦੇ ਵਿੱਚ ਆਉਂਦਾ ਸੀ ਕਿ ਇਕੱਠੇ ਹੋ ਕੇ ਬੈਠਣਾ। ਅੱਜ ਦੀ ਸਮਾਜ ਦੀ ਜ਼ਰੂਰਤ ਜਿਹੜੀ ਹੈ, ਪਹਿਲਾਂ 1% ਕਮਾਉਂਦਾ ਸੀ ਔਰ ਸਾਰੇ ਖਾਂਦੇ ਸੀਗੇ, ਹੈ ਨਾ। ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਹੁਣ ਨਿਊਕਲੀਅਰ ਫੈਮਿਲੀਜ਼ ਹੋ ਚੁੱਕੀਆਂ। ਖਾਸ ਕਰਕੇ ਸ਼ਹਿਰਾਂ ਦਾ ਜਿਹੜਾ ਹੈ ਨਾ, ਲੋਕ ਨਿਊਕਲੀਅਰ ਫੈਮਿਲੀ 'ਚ ਰਹਿੰਦੇ ਨੇ, ਉੱਥੇ ਮੈਨੂੰ ਲੱਗਦਾ ਸ਼ਾਇਦ ਪ੍ਰੋਬਲਮ ਵੱਧ ਇਹ ਦਿਖਦੀ ਹੋਈ। ਹਾਂ ਬਿਲਕੁਲ, ਮੈਕਸਿਮਮ ਹੈ। ਹੁਣ ਅਗਰ ਆਪਾਂ ਇਕੱਠੇ ਰੱਖਣਾ ਚਾਹੁੰਦੇ ਹਾਂ ਪੈਸਾ, ਅੱਜ ਜ਼ਿੰਦਗੀ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੰਨਿਆ ਜਾਂਦਾ ਹੈ। ਪੈਸਾ ਪਰਮਾਤਮਾ ਨਹੀਂ ਹੈ, ਪਰ ਪਰਮਾਤਮਾ ਤੋਂ ਘੱਟ ਵੀ ਨਹੀਂ ਹੈ, ਇਹ ਅਕਸਰ ਲੋਕੀ ਹੈ ਨਾ ਇਹਨਾਂ ਚੀਜ਼ਾਂ ਨੂੰ ਕਹਿੰਦੇ ਆ। ਅੱਜ ਪੈਸਾ ਮੁੱਢਲੀ ਜ਼ਰੂਰਤ ਹੈ। ਇਨਸਾਨ ਇੱਕ ਆਪਣਾ ਸ਼ਡਿਊਲ ਜਿਹੜਾ ਹੈ ਉਸ ਤਰੀਕੇ ਨਾਲ ਬਣਾਵੇ ਜੀ, ਜਾਂ ਹਫਤੇ ਵਿੱਚ 15 ਦਿਨ ਦੇ ਵਿੱਚ, ਜਿਵੇਂ ਗੋਰੇ ਕਰਦੇ ਆ ਬਾਹਰ ਦੇ ਵਿੱਚ ਨਾ, ਉਹਨਾਂ ਨੇ ਵੀਕਐਂਡ ਜਿਹੜਾ ਹੈ ਉਹ ਆਪਣੀ ਮਸਤੀ ਕਰਨੀ ਆ, ਉਸ ਦੇ ਵਿੱਚ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕਰਨਾ ਹੈਗਾ। ਅਸੀਂ ਵੀ ਆਪਣਾ ਸ਼ਡਿਊਲ ਐਸਾ ਬਣਾ ਸਕਦੇ ਹਾਂ, 15 ਦਿਨ ਦੇ ਵਿੱਚ, ਮਹੀਨੇ ਦੇ ਵਿੱਚ ਕੋਈ ਇੱਕ ਦਿਨ ਅਸੀਂ ਪਰਿਵਾਰ ਨੂੰ ਦਈਏ। ਉਸ ਦਿਨ 'ਚ ਸਾਡੇ ਕੋਈ ਗੈਜਟਸ ਯੂਜ਼ ਨਾ ਹੋਣ, ਹੈ ਨਾ। ਅਸੀਂ ਪਰਿਵਾਰ ਦੇ ਨਾਲ ਆਊਟਿੰਗ ਚਾਹੀਏ, ਚਾਹੇ ਅਸੀਂ ਮੰਦਿਰ ਜਾਈਏ, ਅਸੀਂ ਗੁਰਦੁਆਰਾ ਸਾਹਿਬ ਜਾਈਏ, ਅਸੀਂ ਇਤਿਹਾਸ ਬਾਰੇ ਦੱਸੀਏ, ਸਰਹੰਦ ਜਾ ਕੇ ਅਸੀਂ ਛੋਟੇ ਸਾਹਿਬਜ਼ਾਦਿਆਂ ਬਾਰੇ ਬੱਚਿਆਂ ਨੂੰ ਦੱਸੀਏ, ਅਸੀਂ ਦਰਬਾਰ ਸਾਹਿਬ ਜਾਈਏ। ਬਹੁਤ ਸਾਰੀਆਂ ਐਸੀਆਂ ਇਤਿਹਾਸਿਕ ਜਗ੍ਹਾ, ਹਜੇ ਅਸੀਂ ਮਤਲਬ ਪੰਜਾਬ ਦੇ ਵਿੱਚ ਬੈਠੇ ਹਾਂ, ਅਸੀਂ ਪੰਜਾਬ ਤੋਂ ਬਾਹਰ ਨਹੀਂ ਬੈਠੇ। ਅਸੀਂ ਆਪਣੇ ਬੱਚਿਆਂ ਨੂੰ ਉੱਥੇ ਲਿਜਾ ਕੇ ਇਤਿਹਾਸਿਕ ਚੀਜ਼ਾਂ ਦੱਸ ਸਕਦੇ ਹਾਂ, ਸਟੋਰੀਜ਼ ਦੱਸ ਸਕਦੇ ਹਾਂ, ਇਹ ਕਿੱਦਾਂ ਵਾਪਰੀਆਂ ਸਾਰੀਆਂ ਦੱਸ ਸਕਦੇ ਹਾਂ। ਮਹੀਨੇ ਦੇ ਵਿੱਚ 15 ਦਿਨ ਦੇ ਵਿੱਚ ਅਸੀਂ ਇੱਕ ਦਿਨ ਆਊਟਿੰਗ ਦਾ ਆਪਣੇ ਪਰਿਵਾਰ ਦੇ ਨਾਲ ਅਸੀਂ ਜ਼ਰੂਰ ਰੱਖੀਏ। ਮੇਰਾ ਮੰਨਣਾ ਇਹ ਹੈ, ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਜੱਦੋ-ਜਹਿਦ ਚੱਲ ਰਹੀ ਹੈ, ਬਿਲਕੁਲ ਚੱਲ ਰਹੀ ਹੈ, ਉਹ ਚੱਲਣੀ ਵੀ ਚਾਹੀਦੀ ਹੈ, ਸਮੇਂ ਦੇ ਨਾਲ ਚੱਲਣਾ ਚਾਹੀਦਾ। ਤਾਂ ਇਹ ਦਿਨ ਕੋਈ ਅਗਰ ਇਨਸਾਨ ਕੱਢ ਲੇਗਾ ਤਾਂ ਸ਼ਾਇਦ ਉਸ ਦੇ ਵਿੱਚ ਪਰਿਵਾਰਕ ਤੌਰ 'ਤੇ ਵੀ ਸਾਂਝ ਅੱਛੀ ਬਣੀ ਰਹੇਗੀ। ਬਿਲਕੁਲ ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੈਸਾ ਜ਼ਰੂਰੀ ਹੈ ਨਾ, ਸਹੀ ਗੱਲ ਹੈ। ਪੈਸੇ ਬਗੈਰ ਕੋਈ ਕੰਮ ਨਹੀਂ ਚੱਲਦਾ, ਹੈ ਨਾ। ਸਾਰਾ ਕੁਝ ਪੈਸੇ ਦਾ ਹੀ, ਪੈਸਾ ਆਧਾਰ ਹੈ ਇਸ ਵਕਤ ਸਭ ਚੀਜ਼ਾਂ ਦਾ, ਹੈ ਨਾ, ਕਰਨ ਦਾ। ਬਿਲਕੁਲ। ਪਰ ਇਹ ਵੀ ਗੱਲ ਹੈ ਨਾਲ ਵੀ ਸਭ ਕੁਝ ਜੇ ਕਰ ਰਹੇ ਹਾਂ ਤੇ ਉਹ ਆਪਣੇ ਬੱਚਿਆਂ ਲਈ ਕਰ ਰਹੇ ਹਾਂ। ਜਿਹੜੇ ਬੱਚੇ ਨੂੰ ਅਸੀਂ ਹੌਲੀ ਹੌਲੀ ਪਾਲ ਕੇ ਜਵਾਨ ਕੀਤਾ, ਜੇ ਜਵਾਨੀ ਦੇ ਵਿੱਚ ਉਹਦੀ ਕਾਉਂਸਲਿੰਗ ਨਾ ਕਰ ਸਕੇ, ਉਹਨੂੰ ਟਾਈਮ ਨਾ ਦੇ ਸਕੇ, ਮੰਨ ਲਓ ਕੋਈ ਗਲਤ ਸਟੈਪ ਲੈ ਗਿਆ, ਹੈ ਨਾ। ਅੱਜ ਕੱਲ੍ਹ ਇੱਕ ਬੱਚਾ, ਹੈ ਨਾ, ਜੇ ਉਹ ਮੰਨ ਲਓ ਗਲਤ ਸਟੈਪ ਲੈ ਗਿਆ ਤੇ ਫਿਰ ਤੁਹਾਡਾ ਸਾਰਾ ਕਰਿਆ ਹੋਇਆ ਕੰਮ, ਤਾਂ ਸਾਰਾ ਕਮਾਇਆ ਹੋਇਆ ਪੈਸਾ ਕਿਸੇ ਲੇਖੇ ਵੀ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਜਾਂ ਤੁਸੀਂ ਇਹ ਸਮਝ ਲਓ ਵੀ ਇਹਨਾਂ ਨੂੰ ਬੈਲੈਂਸ ਕਰਕੇ ਰੱਖਣਾ ਚਾਹੀਦਾ ਦੋਨੋਂ ਚੀਜ਼ਾਂ ਨੂੰ। ਹਾਂ ਦੇਖੋ, ਜਿਹੜਾ ਬੈਲੈਂਸ ਤੁਸੀਂ ਵਰਡ ਇਹ ਹੁਣ ਯੂਜ਼ ਕੀਤਾ ਨਾ, ਇਹ ਬੈਲੈਂਸ ਹਰ ਜਗ੍ਹਾ ਦੇ ਉੱਤੇ ਆਉਂਦਾ ਜੀ।
ਅਗਰ ਤੁਸੀਂ ਸਵੇਰੇ ਉੱਠ ਕੇ ਆਪਣਾ ਤੁਸੀਂ ਖੁਦ ਦਾ ਇੱਕ ਸ਼ਡਿਊਲ ਬਣਾ ਰਹੇ ਹੋ, ਤੁਸੀਂ ਕੀ ਕਰ ਰਹੇ ਹੋ? ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਾਂ ਤੁਹਾਨੂੰ ਜੀ? ਜੀ ਜੀ ਬਿਲਕੁਲ ਬਿਲकुल। ਤੁਸੀਂ ਬੱਸ ਦੇ ਅੰਦਰ, ਟ੍ਰੇਨ ਦੇ ਅੰਦਰ ਸਫ਼ਰ ਕੀਤਾ ਹੋਊ? ਹਾਂਜੀ ਹਾਂਜੀ ਬਿਲਕੁਲ। ਕੀ ਕਦੇ ਐਸੀ ਬੱਸ ਦੇ ਅੰਦਰ ਸਫ਼ਰ ਕੀਤਾ ਜਿਹਦੇ ਵਿੱਚ ਜਾ ਕੇ ਤੁਸੀਂ ਬੈਠ ਕੇ ਔਰ ਕੰਡਕਟਰ ਆਇਆ, ਟਿਕਟ ਤੁਸੀਂ 500 ਨੋਟ ਉਹਦੇ ਕੋਲ ਰੱਖਿਆ, 2000 ਦਾ ਨੋਟ ਰੱਖਿਆ, ਤੁਸੀਂ ਕਿਹਾ ਜਿੱਥੇ ਦਾ ਦਿਲ ਕਰਦਾ ਉੱਥੇ ਹੀ ਟਿਕਟ ਦੇ ਦੇ? ਨਹੀਂ, ਕਦੇ ਨਹੀਂ ਕੀਤਾ। ਹਾਂ ਬਿਲਕੁਲ। ਜੇ ਅਸੀਂ ਬੱਸ ਦੇ ਵਿੱਚ 2 ਘੰਟੇ ਦਾ ਸਫ਼ਰ ਇਦਾਂ ਦਾ ਨਹੀਂ ਕਰ ਸਕਦੇ, ਅਸੀਂ ਇੱਕ ਦਿਨ ਪੂਰਾ ਐਵੇਂ ਕਿਉਂ ਗੁਜ਼ਾਰਦੇ ਹਾਂ? ਸਵੇਰੇ ਉੱਠ ਕੇ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਕਰਨਾ ਹੈ। ਵਾਹ ਜੀ ਵਾਹ, ਬਹੁਤ ਖੂਬ। ਦਰਸ਼ਕਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ। ਜਿਹੜੀ ਐਗਜ਼ਾਮਪਲ ਆ ਬਹੁਤ ਖਾਸ ਆ। ਮੈਂ ਸਮਝਦਾ ਸਾਰੀਆਂ ਹੀ ਗੱਲਾਂ ਖਾਸ ਹੋਈਆਂ, ਪਰ ਇਹ ਬਹੁਤ ਖਾਸ ਆ ਵੀ ਸਾਨੂੰ ਹਰ ਚੀਜ਼ ਨੂੰ ਪਲਾਨ ਕਰਨਾ ਚਾਹੀਦਾ ਹੈ ਨਾ। ਪਲਾਨਿੰਗ, ਬੈਲੈਂਸ, ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਸੀ, ਆਪਾਂ ਉਸ ਦੇ ਉੱਤੇ ਗੱਲ ਬੋਲ ਰਹੇ ਹਾਂ ਜੀ। ਪਲਾਨਿੰਗ ਕਰਨ ਦੀ ਬਹੁਤ ਜ਼ਰੂਰਤ ਹੈ। ਸਾਨੂੰ ਆਪਣੇ ਤੋਂ ਜ਼ਿਆਦਾ ਕਿਸੇ ਨੂੰ ਮੰਨਣ ਦੀ ਜ਼ਰੂਰਤ ਹੈ। ਅਸੀਂ ਜਿਹੜਾ ਇਨਸਾਨ ਸਾਡੇ ਤੇ, ਜਿਸ ਨੂੰ ਅਸੀਂ ਕਾਮਯਾਬ ਹੁੰਦਾ ਦੇਖ ਰਹੇ ਆਪਣੀ ਅੱਖਾਂ ਦੇ ਸਾਹਮਣੇ ਜੀ, ਅਗਰ ਅਸੀਂ ਉਸ ਦੀਆਂ ਧਾਰਨਾਵਾਂ ਤੇ ਚੱਲਦੇ ਹਾਂ ਤਾਂ ਬਿਲਕੁਲ ਠੀਕ ਹੈ, ਪਰ ਅਸੀਂ ਉਸ ਨੂੰ ਨਾਲ ਲੈ ਕੇ ਚੱਲਦੇ ਹਾਂ, ਉਹਦੀ ਗਾਈਡਲਾਈਨਸ ਨਾਲ ਚੱਲਦੇ ਹਾਂ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਜੀ। ਹੁਣ ਇਹੀ ਨਹੀਂ ਪਤਾ ਸਵੇਰੇ ਅਸੀਂ ਕਰਨਾ ਕੀ, ਅਸੀਂ ਆਪਣੇ ਆਪ ਨੂੰ ਬੈਸਟ ਮੰਨਦੇ ਹਾਂ, ਯੈਸ ਤੁਸੀਂ ਬੈਸਟ ਹੋ। ਅਗਰ ਤੁਸੀਂ ਆਪਣੇ ਤੋਂ ਜ਼ਿਆਦਾ ਬੈਸਟ ਦੀ ਰਾਏ ਲੈ ਲਓਗੇ ਤਾਂ ਸ਼ਾਇਦ ਜਿਹੜੇ ਹਰਡਲਸ ਉਸ ਨੂੰ ਆਏ ਉਹ ਤੁਹਾਡੀ ਜ਼ਿੰਦਗੀ 'ਚ ਹਰਡਲਸ ਨਹੀਂ ਆਣਗੇ, ਕਿਉਂਕਿ ਤੁਹਾਡੇ ਉੱਤੇ ਕੋਈ ਛਤਰੀ ਕਰਨ ਵਾਲਾ ਹੈ ਨਾ। ਜੇ ਇੱਕ ਦਿਨ ਆਪਾਂ ਇਦਾਂ ਨਹੀਂ ਗੁਜ਼ਾਰ ਸਕਦੇ, 1 ਘੰਟਾ ਆਪਾਂ ਇਦਾਂ ਨਹੀਂ ਗੁਜ਼ਾਰ ਸਕਦੇ, ਫਿਰ ਆਪਾਂ ਆਪਣੀ ਸਾਰੀ ਜ਼ਿੰਦਗੀ ਐਵੇਂ ਕਿਵੇਂ ਗੁਜ਼ਾਰ ਸਕਦੇ ਹਾਂ ਜਿਹਦੇ ਵਿੱਚ ਸਾਡੇ ਕੋਲ ਆਪਣਾ ਕੋਈ ਮਕਸਦ ਹੀ ਨਹੀਂ ਹੈ, ਕੋਈ ਟੀਚਾ ਹੀ ਨਹੀਂ ਹੈ, ਕੋਈ ਗੋਲ ਹੀ ਨਹੀਂ ਹੈ। ਫਿਰ ਅਸੀਂ ਆਪਣਾ ਸਾਰਾ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰ ਦਿੰਦੇ ਹਾਂ। ਸਾਡਾ ਹੋਣਾ ਚਾਹੀਦਾ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਇੱਕ ਸਕੈਡਿਊਲ ਹੈ ਜਿਹੜਾ ਸਾਡਾ, ਉਹ ਬਣਨਾ ਚਾਹੀਦਾ ਕਿ ਕੱਲ੍ਹ ਉੱਠ ਕੇ ਅਸੀਂ ਕੀ, ਹਾਂ ਠੀਕ ਹੈ ਅਮੈਂਡਮੈਂਟਸ ਹੁੰਦੀਆਂ, ਉਹਦੇ ਵਿੱਚ ਬਹੁਤ ਸਾਰੇ ਕੰਮ ਹੈ। ਜੇ ਮੈਂ ਸਵੇਰੇ ਘਰੋਂ ਨਿਕਲਿਆ ਤਾਂ ਮੈਂ ਇੱਕ ਲਿਸਟ ਬਣਾ ਕੇ ਨਿਕਲਿਆ, ਅੱਜ ਮੈਂ ਇਹ ਕੰਮ ਕਰਨੇ ਹੈ। ਹੋ ਸਕਦਾ ਉਹਨਾਂ ਵਿੱਚੋਂ 10 ਕੰਮਾਂ ਦੇ ਵਿੱਚੋਂ 5 ਕੰਮ ਹੋਏ ਹੋਣ, 4 ਹੋਏ ਹੋਣ, 2 ਹੋਏ ਹੋਣ, ਬਾਕੀ ਰਹਿ ਗਏ। ਜਦੋਂ ਬਾਕੀ ਰਹਿ ਗਏ, ਉਹ ਕੱਲ੍ਹ ਵਾਲੇ 'ਚ ਮੈਨੂੰ ਪਤਾ ਮੈਂ ਇਹ ਕਰਨੇ ਹੈ। ਜਦੋਂ ਇਹ ਪਤਾ ਹੈ ਕਿ ਇਹ ਕੰਮ ਕਰਨੇ ਹੈ, ਮੈਂ ਹੀ ਕਰਨੇ, ਮੇਰੇ ਤੋਂ ਇਲਾਵਾ ਹੋਰ ਕਿਸੇ ਨੇ ਕਰਨੇ ਨਹੀਂ ਹੈਗੇ, ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਅੰਦਰ। ਜਦੋਂ ਆਪਾਂ ਪਲਾਨਿੰਗ ਵੀ ਕਹਿ ਸਕਦੇ ਹਾਂ ਇਸ ਨੂੰ। ਸਵੇਰੇ ਉੱਠ ਕੇ ਸਾਡੀ ਇੱਕ ਲਿਸਟ ਬਣਦੀ ਹੈ, ਅੱਜ ਇਹ ਕੰਮ ਕਰਨੇ, ਨਹੀਂ ਤਾਂ ਸਾਡੇ ਬਹੁਤ ਸਾਰੇ ਕੰਮ ਰਹਿ ਜਾਂਦੇ ਆ। ਰਾਤ ਨੂੰ ਜਦੋਂ ਘਰ ਜਾ ਕੇ ਬੈਠਦੇ ਹਾਂ ਫਿਰ ਯਾਦ ਆਉਂਦਾ, ਓਹੋ ਬੱਚੇ ਦੀ ਸਕੂਲ ਦੀ ਫੀਸ ਭਰਨੀ ਸੀ, ਤਾਂ ਲਾਸਟ ਡੇਟ ਸੀ, ਸਿਲੰਡਰ ਖਤਮ ਹੋਇਆ ਸੀ, ਬਿਜਲੀ ਦਾ ਬਿੱਲ ਭਰਨਾ ਸੀ, ਜਾਂ ਅਦਰ ਹੋਰ ਬਹੁਤ ਸਾਰੇ ਐਸੇ ਕੰਮ ਹੈ ਜਿਹੜੇ ਆਪਾਂ ਕਹਿੰਦੇ ਯਾਰ ਰਹਿ ਗਏ। ਅੱਜ ਰਹਿ ਕਿਉਂ ਗਏ? ਕਿਉਂਕਿ ਅਸੀਂ ਆਪਣੇ ਦਿਮਾਗ ਦੇ ਉੱਤੇ ਜ਼ੋਰ ਪਾ ਕੇ ਰੱਖਦੇ ਹਾਂ ਕਿ ਸਾਡੇ ਦਿਮਾਗ ਸਭ ਕੁਝ ਯਾਦ ਰਹੇਗਾ। ਦਿਮਾਗ ਦੇ ਵਿੱਚ ਕੀ ਕੁਝ ਯਾਦ ਰਹੇਗਾ, ਕੀ ਕੁਝ ਰੱਖਾਂਗੇ। ਅਗਰ ਆਪਾਂ ਪੇਪਰ ਪੈਨ ਦੇ ਉੱਤੇ ਰੱਖ ਲਈਏ ਔਰ ਦਿਮਾਗ ਨੂੰ ਥੋੜ੍ਹਾ ਜਿਹਾ ਫ੍ਰੀ ਰੱਖੀਏ ਕੁਝ ਨਵੀਆਂ ਚੀਜ਼ਾਂ, ਕ੍ਰੀਏਟੀਵਿਟੀ ਵਾਸਤੇ, ਕੁਝ ਨਵੀਆਂ ਚੀਜ਼ਾਂ ਵਾਸਤੇ, ਤਾਂ ਕੁਝ ਨਵਾਂ ਸੋਚ ਪਾਏਗਾ। ਨਹੀਂ ਤਾਂ ਉਹ ਇਹੀ ਸੋਚਦਾ ਰਹੇਗਾ ਸਿਲੰਡਰ ਖਤਮ ਹੋ ਗਿਆ ਘਰ ਵਿੱਚ, ਹੈ ਨਾ, ਲੇਟ ਫੀਸ ਹੋ ਗਈ, 100 ਰੁਪਇਆ ਫਾਈਨ ਲੱਗ ਗਿਆ, ਉਹ ਅਸੀਂ ਉਹਨਾਂ 'ਚ ਉਲਝ ਕੇ ਰਹਿ ਜਾਵਾਂਗੇ। ਤਾਂ ਪਲਾਨਿੰਗ ਜ਼ਿੰਦਗੀ ਦੇ ਅੰਦਰ ਬਹੁਤ ਜ਼ਰੂਰੀ ਹੈਗੀ। ਜੀ ਜੀ ਜੀ, ਨਹੀਂ ਬਹੁਤ ਸੋਹਣੀਆਂ ਗੱਲਾਂ। ਹੁਣ ਆਪਾਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ, ਇਹਨੂੰ ਮਤਲਬ ਜਿੱਧਰ ਨੂੰ ਮਰਜ਼ੀ ਗੱਲ ਖੜੀ ਜਾ ਸਕਦੀ, ਬਹੁਤ ਸਾਰੇ ਟੌਪਿਕਾਂ ਨੂੰ ਕਵਰ ਕੀਤਾ ਜਾ ਸਕਦਾ। ਪਰ ਜਦੋਂ ਆਪਾਂ ਗੱਲ ਸ਼ੁਰੂ ਕਰੀ ਸੀ ਉਦੋਂ ਸ਼ਾਇਦ ਆਪਾਂ ਵੀ ਉਸ ਤਰ੍ਹਾਂ ਦੀ ਪਲੈਨਿੰਗ ਨਹੀਂ ਕੀਤੀ ਸੀ ਵੀ ਇਸ ਟੌਪਿਕ 'ਤੇ ਹੀ ਗੱਲ ਕਰਨੀ, ਸਿਰਫ ਮੋਟੀਵੇਸ਼ਨ ਦੀ ਗੱਲ ਹੋਈ ਸੀ। ਬਾਅਦ ਵਿੱਚ ਜਿਹੜੀ ਗੱਲ ਨਿਕਲ ਕੇ ਆ ਗਈ ਮਾਂ-ਬਾਪ ਤੇ ਬੱਚਿਆਂ ਦੇ ਰਿਲੇਸ਼ਨ ਦੀ, ਹੈ ਨਾ। ਫਿਲਹਾਲ ਮੈਂ ਚਾਹੁੰਦਾ ਵੀ ਅੱਜ ਇਸ 'ਤੇ ਆਖਰੀ ਸਵਾਲ ਤੁਹਾਨੂੰ ਪੁੱਛ ਕੇ ਤੇ ਆਪਾਂ ਇਸ ਪ੍ਰੋਗਰਾਮ ਨੂੰ ਸਮੇਟ ਦਈਏ। ਆਖਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਮਾਂ-ਬਾਪ ਦਾ ਤੇ ਬੱਚਿਆਂ ਦਾ ਰਿਲੇਸ਼ਨ ਨੂੰ ਹੋਰ ਹੈਲਦੀ ਕਰਨ ਲਈ ਕਿਹੜੀਆਂ ਨਿੱਕੀਆਂ ਐਫਰਟਸ, ਕਿਹੜੀਆਂ ਕੋਸ਼ਿਸ਼ਾਂ ਮਾਂ-ਬਾਪ ਨੂੰ ਕਰਨੀਆਂ ਚਾਹੀਦੀਆਂ? ਕਿਉਂਕਿ ਬੱਚਿਆਂ ਨੂੰ ਤੇ ਆਪਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਕਰਨੀਆਂ ਚਾਹੀਦੀਆਂ, ਹੈ ਨਾ। ਮਾਂ-ਬਾਪ ਕਿਹੜੀ ਚੀਜ਼ਾਂ ਦਾ, ਬਿਜ਼ੀ ਲਾਈਫ ਹੋਣ ਦੇ ਬਾਵਜੂਦ ਵੀ ਕਿਹੜੀਆਂ ਛੋਟੀਆਂ ਕੋਸ਼ਿਸ਼ਾਂ, ਕਿਹੜੇ ਛੋਟਾ ਧਿਆਨ ਜਿਹੜਾ ਨੂੰ ਰੱਖਣਾ ਜ਼ਰੂਰੀ ਜੀ? ਇਹ ਜਿਹੜੀ ਅਸੀਂ ਛੋਟੀ ਚੀਜ਼ਾਂ ਦਾ ਇਹ ਗੱਲ ਜ਼ਿਕਰ ਕੀਤਾ ਨਾ ਜੀ, ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਸੋਚਣੀਆਂ ਔਰ ਕਰਨੀਆਂ ਦੀ ਲੋੜ ਨਹੀਂ ਪੈਂਦੀ। ਜ਼ਿੰਦਗੀ 'ਚ ਛੋਟੀਆਂ ਚੀਜ਼ਾਂ ਵੱਲ ਹੀ ਧਿਆਨ ਦੇਣਾ ਪੈਂਦਾ ਜੀ। ਵਾਹ ਜੀ ਵਾਹ, ਠੀਕ ਹੈ ਜੀ। ਅਸੀਂ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਸੋਚਾਂ, ਬਹੁਤ ਵੱਡੇ ਕਾਰਨਾਮੇ, ਬਹੁਤ ਵੱਡੇ ਕੰਮ, ਬਹੁਤ ਵੱਡੀਆਂ ਚੀਜ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਛੋਟੀ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਇੱਕ ਇੱਟ ਜੁੜ ਕੇ ਹੀ ਇਮਾਰਤ ਬਣੀ ਹੈ। ਅਸੀਂ ਵੱਡੀ ਇਮਾਰਤ ਬਾਰੇ ਸੋਚ ਲਿਆ, ਪਰ ਉਹਦੀ ਜਿਹੜੀ ਨੀਂਹ ਇੱਕ ਇੱਟ ਨਾਲ ਰੱਖੀ ਗਈ ਹੈ, ਛੋਟੀ ਚੀਜ਼ਾਂ ਨਾਲ, ਪੱਥਰੀ ਪਈ ਉਹਦੇ ਵਿੱਚ ਪਈ ਹੈ, ਰੋੜੀ ਪਈ ਹੈ, ਉਹ ਛੋਟੀ ਚੀਜ਼ਾਂ ਹੀ ਹੈਗੀਆਂ, ਹੈ ਨਾ। ਉਹਨਾਂ ਨੇ ਹੀ ਉਸ ਦੀ ਬੁਨਿਆਦ ਮਜ਼ਬੂਤ ਕੀਤੀ ਹੋਈ ਹੈ। ਤਾਂ ਜ਼ਿੰਦਗੀ ਦੇ ਅੰਦਰ ਜੇ ਤੁਸੀਂ ਬਹੁਤ ਵੱਡਾ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਤੁਸੀਂ ਬਹੁਤ ਛੋਟੀਆਂ ਗੱਲਾਂ ਵੱਲ, ਆਪਣੇ ਪਰਿਵਾਰਕ ਤੌਰ 'ਤੇ, ਸਮਾਜਿਕ ਤੌਰ ਦੇ ਉੱਤੇ ਨਹੀਂ ਜੀ, ਸਮਾਜਿਕ ਤੌਰ 'ਤੇ ਛੋਟੀ ਗੱਲਾਂ ਦੀ ਕਦੇ ਪਰਵਾਹ ਨਹੀਂ ਕਰਨੀ ਚਾਹੀਦੀ। ਮੇਰੇ ਅਕੋਰਡਿੰਗ, ਹੈ ਨਾ, ਜੋ ਮੈਂ ਬੋਲ ਰਿਹਾ ਇਹ ਮੇਰੀ ਓਪੀਨੀਅਨ ਹੈ ਜੀ। ਤੁਸੀਂ ਇਸ ਨੂੰ ਮੰਨੋ ਜਾਂ ਤੁਸੀਂ ਇਸ ਨੂੰ ਨਾ ਮੰਨੋ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ। ਇਹ ਸਿਰਫ ਮੇਰੀ ਆਪਣੀ ਓਪੀਨੀਅਨ ਹੈ। ਓਪੀਨੀਅਨ ਸਮੇਂ ਦੇ ਨਾਲ ਚੇਂਜ ਵੀ ਹੁੰਦੀ ਹੈ ਜੀ, ਬਦਲਦੀਆਂ ਵੀ ਰਹਿੰਦੀਆਂ ਚੀਜ਼ਾਂ। ਤਾਂ ਛੋਟੀ ਚੀਜ਼ਾਂ ਜਿਹੜੀਆਂ ਪਰਿਵਾਰਕ ਤੌਰ ਦੇ ਉੱਤੇ ਹੁੰਦੀਆਂ ਉਹ ਆਪਾਂ ਦੇਖ ਨਹੀਂ ਸਕਦੇ। ਇਮੋਸ਼ਨਸ ਹੈ। ਹੁਣ ਮੈਂ ਜੋ ਗੱਲ ਕਰੂੰਗਾ ਮੈਂ ਆਪਣੇ ਉੱਤੇ ਹੀ ਕਰੂੰਗਾ, ਆਪਣੇ ਪਰਿਵਾਰ ਨਾਲ। ਮੇਰੇ ਵਾਈਫ ਨੂੰ ਗੋਲ ਗੱਪੇ ਬੜੇ ਪਸੰਦ ਹੈ ਜੀ। ਉਹਨਾਂ ਅੱਗੇ ਮੈਂ ਚਾਹੇ ਜੁਵੈਲਰੀ ਲਿਜਾ ਕੇ ਰੱਖਦਾ, ਗੋਲਡ ਲਿਜਾ ਕੇ ਰੱਖਦਾ, ਡਾਇਮੰਡ ਲਿਜਾ ਕੇ ਰੱਖਦਾ, ਉਹਨਾਂ ਨੇ ਇੰਨਾ ਖੁਸ਼ ਨਹੀਂ ਜਿੰਨਾ ਉਹਨਾਂ ਨੇ ਗੋਲ ਗੱਪੇ ਆ ਕੇ ਖੁਸ਼ ਹੋ ਜਾਣਾ। ਤਾਂ ਛੋਟੀ ਜਿਹੀ ਗੱਲ ਹੈ। ਮੈਂ ਸੋਚਾਂ ਮੈਂ ਡਾਇਮੰਡ ਲਿਜਾ ਕੇ ਖੁਸ਼ ਕਰ ਦੂੰਗਾ, ਮੈਂ ਗੋਲਡ ਜਾਂ ਸਿਲਵਰ ਲਿਜਾ ਕੇ ਖੁਸ਼ ਕਰ ਦੂੰਗਾ, ਕੋਈ ਸੂਟ ਲਿਜਾ ਕੇ ਜਾਂ ਕੋਈ ਜੀਨ ਲਿਜਾ ਕੇ ਖੁਸ਼ ਕਰ ਦੂੰਗਾ, ਪਰ ਉਹਨਾਂ ਨੂੰ ਜਦੋਂ ਮੈਂ ਗੋਲ ਗੱਪੇ ਖਵਾਉਣ ਲੈ ਜਾਵਾਂ ਉਸ ਦਿਨ ਉਹ ਬੜੇ ਖੁਸ਼ ਹੋ ਜਾਂਦੇ।
ਇਹ ਛੋਟੀ ਹੈ ਗੱਲ ਬਹੁਤ ਮਾਮੂਲੀ ਜੀ ਹੈ, ਬਿਲਕੁਲ ਪਰ ਇਹ ਛੋਟੀਆਂ ਗੱਲਾਂ ਵਾਸਤੇ ਅਗਰ ਆਪਾਂ ਘਰ ਦੀ ਚੀਜ਼ਾਂ ਦੀ ਕੇਅਰ ਕਰਦੇ ਹਾਂ ਤਾਂ ਉਹ ਸਾਡੀ ਕੇਅਰ ਕਰਦੇ ਹਾਂ, ਅਸੀਂ ਉਹਨਾਂ ਦੀ ਕੇਅਰ ਕਰਦੇ ਹਾਂ। ਇਸ ਨੂੰ ਆਪਾਂ ਗਿਵ ਐਂਡ ਟੇਕ ਵੀ ਬੋਲ ਸਕਦੇ ਹਾਂ ਅਗਰ ਆਪਾਂ ਅੱਜ ਦੀ ਲੈਂਗੁਏਜ ਬੋਲੀਏ। ਪਰ ਆਪਾਂ ਜੋ ਸੋਚ ਰਹੇ ਹੋਈਏ ਕਿ ਇੱਕ ਦੂਜੇ ਦੀ ਇਮੋਸ਼ਨਸ ਨੂੰ ਜਿਹੜਾ ਹੈ ਆਪਾਂ ਉਹ ਧਿਆਨ ਰੱਖੀਏ। ਇਸੇ ਤਰ੍ਹਾਂ ਬੱਚਿਆਂ ਦੀ ਅਗਰ ਆਪਾਂ ਪਰਿਵਾਰ ਦੇ ਵਿੱਚ ਛੋਟੀ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਤਾਂ ਸ਼ਾਇਦ ਮੈਨੂੰ ਲੱਗਦਾ ਨਹੀਂ ਹੈ ਜਿਹੜੀ ਅੱਜ ਪਰਿਵਾਰ ਦੇ ਵਿੱਚ ਛੋਟੀ ਚੀਜ਼ਾਂ ਤੋਂ ਵੱਡੀਆਂ ਸਮੱਸਿਆਵਾਂ ਬਣ ਗਈਆਂ ਹੈ ਨਾ, ਉਹ ਸਮੱਸਿਆ ਵੱਡੀਆਂ ਕਦੇ ਜਨਮ ਲੈਣਗੀਆਂ, ਵੱਡੀਆਂ ਹੋਣਗੀਆਂ ਵੀ। ਗੱਲਾਂ ਤਾਂ ਬੇਸਿਕਲੀ ਬਹੁਤ ਛੋਟੀਆਂ ਹੁੰਦੀਆਂ, ਉਹ ਛੋਟੀਆਂ ਦੀ ਕੇਅਰ ਨਾ ਹੋਣ ਕਾਰਨ ਹੀ ਵੱਡੀਆਂ ਬਣ ਜਾਂਦੀਆਂ। ਵਾਹ ਜੀ ਬਹੁਤ ਖੂਬ, ਬਹੁਤ ਸੋਹਣੇ ਤੁਸੀਂ ਵਿਚਾਰ ਦਿੱਤੇ ਹਨ। ਜਿਵੇਂ ਆਪਾਂ ਗੱਲ ਕੀਤੀ ਵੀ ਜਿੰਨੀ ਮਰਜ਼ੀ ਲੰਬੀ ਗੱਲ ਕੀਤੀ ਜਾ ਸਕਦੀ ਹੈ, ਪਰ ਆਪਾਂ ਹੁਣ ਇਹ ਨਵੀਂ ਪਲੈਨਿੰਗ ਕਰਦੇ ਹਾਂ ਵੀ ਅਗਲੇ ਐਪੀਸੋਡਾਂ ਦੇ ਵਿੱਚ ਆਪਾਂ ਖਾਸ ਟੌਪਿਕ ਨੂੰ ਚੁਣ ਕੇ ਕਿਸੇ ਸਬਜੈਕਟ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ। ਸੋ ਤੁਹਾਡਾ ਬਹੁਤ ਧੰਨਵਾਦ ਜੀ। ਦੋਸਤੋ, ਇਹ ਸਨ ਸਰਦਾਰ ਅਮਰਜੀਤ ਸਿੰਘ ਕਪੂਰ ਹੋਣੀ, ਜਿਨ੍ਹਾਂ ਨੇ ਬਹੁਤ ਹੀ ਪਿਆਰੀਆਂ, ਬਹੁਤ ਹੀ ਕੀਮਤੀ, ਬਹੁਤ ਹੀ ਗੁਣਵਾਨ, ਮੁੱਲਵਾਨ ਗੱਲਾਂ ਕੀਤੀਆਂ ਤੇ ਸਾਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਵੀ ਜ਼ਿੰਦਗੀ ਨੂੰ ਜ਼ਿੰਦਗੀ ਬਹੁਤ ਈਜ਼ੀ ਆ, ਇਹਨੂੰ ਬੜੇ ਈਜ਼ੀ ਤਰੀਕੇ ਨਾਲ ਜੀਆ ਜਾ ਸਕਦਾ। ਪਰ ਸਾਨੂੰ ਸਮੇਂ ਤੇ ਜਿਵੇਂ ਇਹਨਾਂ ਨੇ ਬੈਲੈਂਸ ਦੀ ਗੱਲ ਕੀਤੀ, ਪਲੈਨਿੰਗ ਦੀ ਗੱਲ ਕੀਤੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਜਦੋਂ ਮਨੁੱਖ ਜੁੜਦੇ ਨੇ, 2-4 ਮਨੁੱਖ ਜੁੜਨ ਨਾਲ ਪਰਿਵਾਰ ਬਣਦਾ, ਪਰਿਵਾਰ ਤੋਂ ਸਮਾਜ ਬਣਦਾ, ਫਿਰ ਸਾਰਾ ਕੁਝ ਇੱਦਾਂ ਹੀ ਚੱਲਦਾ ਸਾਰਾ ਕੁਝ। ਸੋ ਇਹਨਾਂ ਦਾ ਦਿਲੀ ਧੰਨਵਾਦ ਟਾਈਮ ਦੇਣ ਲਈ। ਸੋ ਸਰ ਤੁਹਾਡਾ ਸ਼ੁਕਰੀਆ। ਤੇ ਦਰਸ਼ਕੋ, ਅਸੀਂ ਵੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੁਸੀਂ ਦੇਖਦੇ ਰਹੋ ਪਲੱਸ ਟੀਵੀ। ਧੰਨਵਾਦ ਜੀ। ਥੈਂਕ ਯੂ।